पंजाब ਦੇ ਵਿੱਚ ਕੋਈ ਧਰਨਾ ਨਹੀਂ ਲਾਣਾ ਚਾਹੀਦਾ, ਹਰਿਆਣਾ ਜਾ ਕੇ ਲਾਣ, ਦਿੱਲੀ ਜਾ ਕੇ ਲਾਣ, ਪਰ ਪੰਜਾਬ ਨੂੰ ਬਖਸ਼ ਦੇਣ। ਇਹ ਕਿਹਾ ਸਾਡੇ ਸੀਐਮ ਸਾਹਿਬ ਨੇ। मैं कैप्टन साहब ਨੂੰ ਦੱਸਾਂਗਾ, ਪੁੱਛਣਾ ਚਾਹਾਂਗਾ ਕਿ ਉਹ ਇੱਕ ਐਫੀਡੈਵਿਟ ਦੇ ਜਰੀਏ ਸਾਨੂੰ ਜ਼ਰੂਰ ਦੱਸਣ ਕਿ ਉਹਨਾਂ ਦਾ ਅਡਾਨੀ ਅਬਾਨੀ ਗਰੁੱਪ ਦੀ ਜਿੰਨੀਆਂ ਵੀ ਕੰਪਨੀਆਂ ਉਹਨਾਂ ਦੇ ਵਿੱਚ ਕੋਈ ਸ਼ੇਅਰ ਹੈ ਜਾਂ ਨਹੀਂ। ਮਤਲਬ ਤੁਹਾਨੂੰ ਲੱਗਦਾ ਕਿ ਠੀਕਰਾ ਤੁਹਾਡੇ ਸਿਰ ਤੇ ਪੰਨਿਆ ਜਾ ਰਿਹਾ? ਸਾਡੇ ਸਿਰ ਤੇ ਠੀਕਰਾ ਭੰਨਿਆ ਜਾਂਦਾ। ਪੰਜਾਬ ਦੇ ਵਿੱਚ ਨੋ ਗਵਰਨੈਂਸ ਹੈ ਜੀ। ਪੰਜਾਬ ਬ੍ਰਾਂਡ ਜਿਹੜਾ ਉਹਨੂੰ ਦਾਗ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹਦੇ ਵਿੱਚ। ਪੰਜਾਬ ਸੂਬਾ ਪੈਰਾਲਾਈਜ਼ ਹੋ ਜਾਏਗਾ, ਲਖਵਾ ਮਾਰ ਜਾਏਗਾ ਸੂਬੇ ਨੂੰ ਜੇਕਰ ਅਜਿਹੀ ਹਾਲਾਤ ਬਣੇ। ਕੋਈ ਨਵੀਂ ਇੰਡਸਟਰੀ ਆਏਗੀ ਨਹੀਂ, ਜਿਹੜੀ ਇੰਡਸਟਰੀ ਹੈਗੀ ਹੈ ਉਹ ਵੀ ਇੱਥੋਂ ਬਾਹਰ ਚਲੀ ਜਾਏਗੀ। ਤੇ ਸਾਡੇ ਕਿਸਾਨ ਵੀਰਾਂ ਨੂੰ ਵੀ ਇਹਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਔਰ ਸਾਡੇ ਸੀਐਮ ਸਾਹਿਬ ਨੂੰ ਵੀ ਧਿਆਨ ਰੱਖਣਾ ਚਾਹੀਦਾ। ਇੰਡਸਟਰੀਲਿਸਟ ਅਸੀਂ ਗੱਭੇ ਫਸੇ ਹੋਏ ਹਾਂ ਤੇ ਸਾਨੂੰ ਇਸ ਗੱਲ ਦੀ ਬੜੀ ਚਿੰਤਾ ਹੈਗੀ ਆ ਕਿ ਅਸੀਂ ਮਾਲ ਤਾਂ ਪੰਜਾਬ ਤੋਂ ਬਣਾ ਕੇ ਬਾਹਰ ਹੀ ਵੇਚਣਾ। ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਹੀ ਇਹ ਵੇਵ ਸ਼ੁਰੂ ਹੋਈ ਹੈ, ਪੰਜਾਬ ਜਨਮਦਾਤਾ। ਜੇ ਇੱਥੇ ਹੀ ਅਸੀਂ ਇਸ ਸੰਘਰਸ਼ ਨੂੰ ਖਤਮ ਕਰ ਦਾਂਗੇ ਤਾਂ ਅਸੀਂ ਆਪਣੇ ਸੰਘਰਸ਼ ਦੀ ਰੀੜ ਦੀ ਹੱਡੀ ਤੋੜ ਦੇਵਾਂਗੇ। ਅੱਜ ਹੀ ਅਚਾਨਕ ਕਿਉਂ ਇਹ ਸਾਰਾ ਕੁਝ ਹੋਇਆ? ਇਹ ਦੋ ਸਟੇਟਮੈਂਟਾਂ ਜਿਹੜੀ ਹੈਗੀ। ਖੱਟਰ ਸਾਹਿਬ ਵੀ ਕਮਿਸ਼ਨ ਬਣਾ ਰਹੇ ਹੈ ਕਿ ਜੀ ਤੁਸੀਂ ਰਸਤਾ ਇੱਕ ਪਾਸਾ ਖਾਲੀ ਕਰਾਇਓ। ਇਹ ਮਤਲਬ ਤਿੰਨ ਪਾਸਿਓਂ ਅਟੈਕ ਜਿਹੜਾ ਹੈਗਾ ਪ੍ਰੈਸ਼ਰ ਉਹ ਕਿਸਾਨ ਅੰਦੋਲਨ ਦੇ ਉੱਪਰ ਸ਼ੁਰੂ ਹੋ ਗਿਆ। ਕੀ ਪ੍ਰਾਈਮ ਮਿਨਿਸਟਰ ਨੇ ਇੱਕ ਦਿਨ ਵਿੱਚ 1 ਮਿੰਟ ਵੀ ਕੱਢਿਆ ਕਿਸਾਨਾਂ ਵਾਸਤੇ? ਤੇ ਮੁੱਖ ਮੰਤਰੀ ਨੇ ਕੀ ਇੱਕ ਦਿਨ ਕੱਢਿਆ, ਇੱਕ ਮਿੰਟ ਵੀ ਕੱਢਿਆ ਕਿ ਮੈਂ ਪੀਐਮ ਨੂੰ ਜਾ ਕੇ ਮਿਲ ਕੇ ਆਵਾਂ, ਕਿਸਾਨਾਂ ਦਾ ਜਿਹੜਾ ਰੋਣਾ ਆ, ਦਰਦ ਹੈ, ਉਹਨੂੰ ਮੈਂ ਸਾਂਝਾ ਕਰਕੇ ਆਵਾਂ। ਚਾਹੇ ਕਾਨੂੰਨ ਬਣਾਇਆ ਸੈਂਟਰਲ ਗਵਰਨਮੈਂਟ ਨੇ, ਬਿਲਕੁਲ ਠੀਕ ਹੈ, ਲੇਕਿਨ ਸਟੇਟ ਗਵਰਨਮੈਂਟ ਨੇ ਕਿੰਨਾ ਪ੍ਰੈਸ਼ਰ ਪਾਇਆ ਸੈਂਟਰ ਤੇ ਕਿ ਇਹਨੂੰ ਤੁਸੀਂ ਵਿਡਰਾ ਕਰੋ। ਪਰ ਉਸ ਫੈਸਲੇ ਦਾ ਤਾਂ ਨਹੀਂ ਹੋ ਸਕਦਾ ਜਿਹੜਾ ਕਿਹਾ ਕਿ ਸਿਆਸੀ ਪਾਰਟੀਆਂ ਆਪਣਾ ਪ੍ਰਦਰਸ਼ਨ ਨਾ ਕਰਨ, ਕੋਈ ਰੈਲੀ ਨਾ ਕਰਨ। ਕਿਸਾਨਾਂ ਨੇ ਜਿਹੜਾ ਉਹਨਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਦੀ ਵਿਜ਼ਡਮ ਹੈ ਕਿ ਉਹਨਾਂ ਨੇ ਫੈਸਲਾ ਕੀਤਾ ਕਿ ਲੋਕੀ ਪਰੇ ਰਹਿਣ। ਪਤਾ ਨਹੀਂ ਉਹਨਾਂ ਦਾ ਕੀ, ਮੈਂ ਇਹਨੂੰ ਇਸ ਫੈਸਲੇ ਨੂੰ ਸਹੀ ਨਹੀਂ ਸਮਝਦਾ, ਕਿਉਂਕਿ ਇਹ ਇੱਕ ਡੈਮੋਕ੍ਰੈਟਿਕ ਸੰਵਿਧਾਨਿਕ ਰਾਈਟ ਹੈ ਲੋਕਾਂ ਦਾ ਕਿ ਉਹਨਾਂ ਨੇ ਅਗਲੀ ਸਰਕਾਰ ਚੁਣਨੀ ਹੈ। ਸੰਵਿਧਾਨ ਉਹਨਾਂ ਨੂੰ ਹੱਕ ਦਿੰਦਾ ਆ ਆਪਣੀ ਗੱਲ ਰੱਖਣ ਦੀ। ਇਹ ਲੋਕੀ ਮਾੜੇ ਆ, ਇਹ ਲੋਕੀ ਚੰਗੇ ਆ, ਅਸੀਂ ਲੋਕੀ ਵਧੀਆ ਆ। ਲੋਕਾਂ ਤੇ ਛੱਡਿਆ ਜਾਣਾ ਚਾਹੀਦਾ, ਲੋਕਾਂ ਤੇ ਛੱਡਿਆ ਜਾਣਾ ਚਾਹੀਦਾ। ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਏਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਪਿਛਲੇ 2-4 ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਬਿਆਨਬਾਜ਼ੀਆਂ ਕੀਤੀਆਂ ਗਈਆਂ ਨੇ, ਖਾਸ ਤੌਰ ਤੇ ਇਸ ਕਿਸਾਨ ਅੰਦੋਲਨ ਦੇ ਜਨਮਦਾਤਾ ਸੂਬੇ ਦੇ ਵਿੱਚੋਂ ਜਦੋਂ ਇਹ ਅਜਿਹੀ ਬਿਆਨਬਾਜ਼ੀ ਆਈ ਤਾਂ ਲੋਕਾਂ ਨੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਸਵਾਲ ਵੀ ਚੁੱਕੇ, ਕਿਸਾਨ ਜਥੇਬੰਦੀਆਂ ਨੇ ਸਵਾਲ ਵੀ ਚੁੱਕੇ। ਸਵਾਲ ਇਸ ਅੰਦੋਲਨ ਤੇ ਇਹ ਚੁੱਕਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜੋ ਧਰਨੇ ਪ੍ਰਦਰਸ਼ਨ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਉਹ ਬਿਲਕੁਲ ਬੇਲੋੜੇ ਨੇ, ਉਹਨਾਂ ਦੀ ਇੱਥੇ ਕੋਈ ਜ਼ਰੂਰਤ ਨਹੀਂ ਹੈ, ਜਿਸ ਦੇ ਕਾਰਨ ਪੰਜਾਬ ਦੀ ਆਰਥਿਕ ਦਸ਼ਾ ਤੇ ਦਿਸ਼ਾ ਦੋਵੇਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ। ਇਸ ਕਰਕੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲਾਣਾ ਚਾਹੀਦਾ, ਹਰਿਆਣਾ ਜਾ ਕੇ ਲਾਣ, ਦਿੱਲੀ ਜਾ ਕੇ ਲਾਣ, ਪਰ ਪੰਜਾਬ ਨੂੰ ਬਖਸ਼ ਦੇਣ। ਇਹ ਕਿਹਾ ਸਾਡੇ ਸੀਐਮ ਸਾਹਿਬ ਨੇ। ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ। ਫਿਰ ਉਸ ਤੋਂ ਬਾਅਦ ਇੱਕ ਪ੍ਰੈਸ ਨੋਟ ਸੀਐਮ ਸਾਹਿਬ ਵੱਲੋਂ ਜਾਰੀ ਕੀਤਾ ਜਾਂਦਾ, ਜਿਸ ਦੇ ਵਿੱਚ ਉਹਨਾਂ ਨੇ ਫਿਰ ਕਿਹਾ ਮੈਂ ਆਪਣੀ ਗੱਲ ਤੇ ਅਟਲ ਹਾਂ ਕਿ ਇਹ ਧਰਨੇ ਬੇਲੋੜੇ ਨੇ, ਪੰਜਾਬ ਦੀ ਆਰਥਿਕਤਾ ਨੂੰ ਹਿਲਾ ਰਹੇ ਨੇ। ਇੱਥੇ ਨਿਵੇਸ਼ ਖਤਮ ਹੋ ਜਾਏਗਾ, ਇੱਥੇ ਮਾਲੀਆ ਪ੍ਰਭਾਵਿਤ ਹੋਏਗਾ, ਰੁਜ਼ਗਾਰ ਦੇ ਮੌਕੇ ਖਤਮ ਹੋ ਜਾਣਗੇ। ਇਸ ਕਰਕੇ ਬੜਾ ਜ਼ਰੂਰੀ ਹੈ ਜਿਹੜੀਆਂ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਮੁੱਖ ਮੰਤਰੀ ਸਿਰਫ ਕਿਸਾਨਾਂ ਦਾ ਨਹੀਂ ਹੈ, ਮੁੱਖ ਮੰਤਰੀ ਪੂਰੇ ਸੂਬੇ ਦਾ ਹੈ। ਉਹ ਮੁੱਖ ਮੰਤਰੀ ਨੇ ਸਾਰਿਆਂ ਦਾ ਧਿਆਨ ਰੱਖਣਾ ਹੈ, ਸਾਰਿਆਂ ਵਰਗਾਂ ਦਾ ਧਿਆਨ ਰੱਖਣਾ ਹੈ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ ਉਹਨਾਂ ਨੇ ਇਹ ਕਿਹਾ ਕਿ ਕਿਸਾਨ ਜਥੇਬੰਦੀਆਂ ਇਹ ਫੈਸਲਾ ਮੰਨਣ, ਪਰ ਕਿਸਾਨ ਜਥੇਬੰਦੀਆਂ ਨੇ ਇਸ ਤੇ ਬਿਲਕੁਲ ਉਲਟੀ ਪ੍ਰਤੀਕਰਮ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਹੀ ਇਹ ਵੇਵ ਸ਼ੁਰੂ ਹੋਈ ਹੈ, ਪੰਜਾਬ ਜਨਮਦਾਤਾ। ਜੇ ਇੱਥੇ ਹੀ ਅਸੀਂ ਇਸ ਸੰਘਰਸ਼ ਨੂੰ ਖਤਮ ਕਰ ਦਾਂਗੇ ਤਾਂ ਅਸੀਂ ਆਪਣੇ ਸੰਘਰਸ਼ ਦੀ ਰੀੜ ਦੀ ਹੱਡੀ ਤੋੜ ਦੇਵਾਂਗੇ। ਇਸੇ ਤੇ ਹੀ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਦਰਅਸਲ ਇਹ ਵਿਚਾਰ ਤਕਰਾਰ ਅਸੀਂ ਅੱਜ ਨਾਨ ਪੋਲੀਟੀਕਲ ਇਸ ਕਰਕੇ ਰੱਖੀ ਹੈ, ਕੋਈ ਵੀ ਸਿਆਸਤਦਾਨ ਅਸੀਂ ਇਸ ਕਰਕੇ ਨਹੀਂ ਬੁਲਾਇਆ ਕਿ ਜਿਹੜੀਆਂ ਧਿਰਾਂ ਦੀ ਗੱਲ ਸੀਐਮ ਸਾਹਿਬ ਕਰਦੇ ਨੇ ਕਿ ਉਦਯੋਗ ਖਤਮ ਹੋ ਜਾਏਗਾ, ਇੱਥੋਂ ਰੁਜ਼ਗਾਰ ਦੇ ਮੌਕੇ ਖੁੱਜ ਜਾਣਗੇ, ਕੀ ਇਹ ਚੀਜ਼ਾਂ ਵਾਕਈ ਹੋਣਗੀਆਂ? ਅੱਜ ਸਾਡੇ ਨਾਲ ਉਦਯੋਗਪਤੀ ਵੀ ਮੌਜੂਦ ਨੇ, ਸਾਡੇ ਨਾਲ ਸਿਆਸੀ ਮਾਹਰ ਵੀ ਮੌਜੂਦ ਨੇ ਔਰ ਖਾਸ ਤੌਰ ਤੇ ਆਰਥਿਕ ਵਿਸ਼ਲੇਸ਼ਣ ਕਰਨ ਵਾਲੇ ਵੀ ਮੌਜੂਦ ਨੇ ਜਿਹੜੇ ਦੱਸਣਗੇ ਕਿ ਇਸ ਅੰਦੋਲਨ ਦੇ ਨਾਲ ਪੰਜਾਬ ਦੀ ਆਰਥਿਕਤਾ ਕਿੰਨੇ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ। ਖਾਸ ਮਹਿਮਾਨ ਮੌਜੂਦ ਨੇ, ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਿੰਦੇ ਹਾਂ। ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ, ਸਿਆਸੀ ਮਾਹਰ ਨੇ, ਪ੍ਰੋਫੈਸਰ ਏਸੀ ਵੈਦ ਸਾਹਿਬ, ਮਸ਼ਹੂਰ ਅਰਥ ਸ਼ਾਸਤਰੀ ਨੇ, SR ਲੱਦੜ ਸਾਹਿਬ ਸਾਬਕਾ IAS ਅਫਸਰ ਨੇ, ਨਰਿੰਦਰ ਸੱਗੂ ਜੀ ਪ੍ਰਧਾਨ ਨੇ
ਫੋਕਲ ਪੁਆਇੰਟ ਐਕਸਟੈਂਸ਼ਨ ਜਲੰਧਰ ਤੋਂ ਨਛੱਤਰ ਸਿੰਘ ਬੈਦਵਾਨ ਸਾਹਿਬ ਕਿਸਾਨ ਆਗੂ ਨੇ BKU ਲੱਖੋਵਾਲ ਦੇ। ਜੋ CM ਸਾਹਿਬ ਨੇ ਕਿਹਾ ਉਹ ਤਾਂ ਸਾਰਿਆਂ ਨੇ ਸੁਣ ਲਿਆ, ਪਰ ਉਸ ਤੋਂ ਬਾਅਦ ਜਿਹੜਾ ਪ੍ਰੈਸ ਨੋਟ ਆਇਆ ਉਹ ਵੀ ਤੁਹਾਨੂੰ ਦੁਬਾਰਾ ਦੱਸ ਦਿੰਦੇ ਆ ਕਿ ਉਹ ਕੀ ਕਹਿੰਦੇ ਨੇ। ਕਹਿੰਦੇ ਨੇ ਕਿ ਸੂਬੇ ਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਬਿਲਕੁਲ ਬੇਲੋੜੇ ਨੇ, ਇਹ ਪ੍ਰਦਰਸ਼ਨ ਨੇ ਜਿਹੜੇ ਇਹ ਨਹੀਂ ਹੋਣੇ ਚਾਹੀਦੇ। ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਮਝਾ ਦਿੰਦੇ ਆ। ਸੂਬੇ ਅਤੇ ਆਮ ਲੋਕਾਂ ਤੇ ਇਸ ਦਾ ਅਸਰ ਮਾੜਾ ਪੈ ਰਿਹਾ। ਸੂਬੇ ਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਬਿਲਕੁਲ ਬੇਲੋੜੇ ਨੇ, ਇਹ ਨਹੀਂ ਹੋਣੇ ਚਾਹੀਦੇ। ਕੈਪਟਨ ਅਮਰਿੰਦਰ ਸਿੰਘ, ਸੂਬੇ ਅਤੇ ਆਮ ਲੋਕਾਂ ਤੇ ਇਸ ਦਾ ਮਾੜਾ ਅਸਰ ਪੈ ਰਿਹਾ। ਅਡਾਨੀਆਂ ਤੇ ਅੰਬਾਨੀਆਂ ਦੀ ਸੰਪत्ति ਸੂਬੇ ਦੇ ਵਿੱਚ ਨਾ ਦੇ ਬਰਾਬਰ ਹੈ ਤੇ ਤੁਸੀਂ ਪ੍ਰਦਰਸ਼ਨ ਕਿਸ ਦੇ ਖਿਲਾਫ ਕਰ ਰਹੇ ਹੋ? ਇਹ ਹਾਲਾਤ ਰਹੇ ਤਾਂ ਅਸੀਂ ਨਿਵੇਸ਼, ਮਾਲੀਏ ਅਤੇ ਰੋਜ਼ਗਾਰ ਦੇ ਮੌਕਿਆਂ ਤੋਂ ਕੋਹਾਂ ਦੂਰ ਹੋ ਜਾਵਾਂਗੇ। ਨਾਲ ਹੀ ਇਹ ਵੀ ਕਿਹਾ ਕਿ ਕਿਸਾਨ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਬੰਦ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਇਸ ਤੋਂ ਪਹਿਲਾਂ 2 ਦਿਨ ਠੀਕ ਪਹਿਲਾਂ ਅਜਿਹੀ ਇੱਕ ਸ਼ਬਦਾਵਲੀ ਹੋਰ ਵੀ ਆਉਂਦੀ ਹੈ ਜਦੋਂ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ 4 ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਕੀ ਕਹਿੰਦਾ ਉਹ ਵੀ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਸਮਝਾਉਂਦੇ ਆ ਕਿ ਉਹਨਾਂ ਨੇ ਜੋ ਨੋਟਿਸ ਜਾਰੀ ਕੀਤਾ ਉਹ ਕੀ ਕੀਤਾ। ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕਿਸਾਨੀ ਸੰਘਰਸ਼ ਕਾਰਨ 4 ਰਾਜਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ। ਪ੍ਰਦਰਸ਼ਨ ਕਾਰਨ ਲੋਕਾਂ ਨੂੰ ਹੁੰਦੀ ਪਰੇਸ਼ਾਨੀ ਤੇ ਇੱਕ ਨੋਟਿਸ ਜਾਰੀ ਕੀਤਾ ਗਿਆ। ਅਪਾਹਜ ਲੋਕਾਂ ਨੂੰ ਸਭ ਤੋਂ ਵੱਧ ਸਮੱਸਿਆ ਹੋ ਰਹੀ ਹੈ। ਕਮਿਸ਼ਨ ਦੇ ਮੁਤਾਬਕ ਕਿਸਾਨੀ ਅੰਦੋਲਨ ਕਾਰਨ 9000 ਤੋਂ ਵੱਧ ਛੋਟੇ ਤੇ ਮੱਧਮ ਵਰਗ ਦੇ ਉਦਯੋਗ ਪ੍ਰਭਾਵਿਤ ਹੋਏ ਨੇ। ਕੋਵਿਡ ਪ੍ਰੋਟੋਕਾਲ ਦੀ ਵੀ ਜੰਮ ਕੇ ਉੱਥੇ ਉਲੰਘਣਾ ਹੋ ਰਹੀ ਹੈ। ਚਾਰੇ ਰਾਜਾਂ ਨੂੰ ਜਲਦੀ ਜਵਾਬ ਦੇਣ ਲਈ ਕਿਹਾ। ਇਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਕਿਹਾ। ਹੁਣ ਸਵਾਲ ਨੇ ਜਿਹੜੇ ਉਹ ਕਿਸਾਨੀ ਅੰਦੋਲਨ ਤੇ ਚੁੱਕੇ ਜਾ ਰਹੇ ਨੇ। ਸਭ ਤੋਂ ਪਹਿਲਾਂ ਨਛੱਤਰ ਸਿੰਘ ਬੈਦਵਾਨ, ਇੱਕ ਕਿਸਾਨ ਤੋਂ ਹੀ ਸੁਣ ਲੈਣੇ ਆ। ਬੈਦਵਾਨ ਸਾਹਿਬ, ਜੋ CM ਸਾਹਿਬ ਨੇ ਸਟੇਟਮੈਂਟ ਦਿੱਤੀ ਹੈ, ਇੱਕ ਮੁੱਖ ਮੰਤਰੀ ਨੇ ਸਾਰੀਆਂ ਧਿਰਾਂ ਦਾ ਧਿਆਨ ਰੱਖਣਾ, ਇੱਕ ਮੁੱਖ ਮੰਤਰੀ ਨੇ ਸਾਰੇ ਲੋਕਾਂ ਦਾ ਧਿਆਨ ਰੱਖਣਾ। ਤੁਸੀਂ ਲਗਾਤਾਰ ਉਹਨਾਂ ਦੇ ਜੋ ਬਿਆਨਬਾਜ਼ੀ ਹੋਈ ਹੈ ਉਸ ਤੇ ਤਿੱਖੇ ਪ੍ਰਤੀਕਰਮ ਕਰ ਰਹੇ ਹੋ, ਕਹਿ ਰਹੇ ਹੋ ਕਿ ਇਹ ਗਲਤ ਬਿਆਨਬਾਜ਼ੀ ਹੈ। ਕਿਹੜੇ ਪਾਸੋਂ ਤੁਹਾਨੂੰ ਗਲਤ ਲੱਗਦੀ ਹੈ? ਸਾਰੇ ਪਾਸੇ ਤੋਂ ਹੀ ਗਲਤ ਲੱਗ ਰਹੀ ਹੈ ਜੀ। ਕਿਸਾਨਾਂ ਨੂੰ ਹੁਣ ਇਹ ਬਲੀ ਦਾ ਬੱਕਰਾ ਬਣਾ ਰਹੇ ਨੇ। ਕੈਪਟਨ ਸਾਹਿਬ ਦੱਸਣਗੇ ਕਿ ਟੀਚਰ ਜਿਨ੍ਹਾਂ ਨੂੰ 23 ਸਾਲ ਪਹਿਲਾਂ ਖੁਦ ਇਹਨਾਂ ਨੇ ਅਪੁਆਇੰਟ ਕੀਤਾ ਸੀ, ਅੱਜ ਤੱਕ ਉਹ ਪੱਕੇ ਨਹੀਂ ਕੀਤੇ। ਉਹ ਰੋਜ਼ ਹੀ ਧਰਨਿਆਂ ਤੇ ਬੈਠੇ ਨੇ, ਬਿਜਲੀ ਵਾਲੇ ਧਰਨਿਆਂ ਤੇ ਬੈਠੇ ਨੇ, ਥਰਮਲ ਪਲਾਂਟਾਂ ਵਾਲੇ ਧਰਨਿਆਂ ਤੇ ਬੈਠੇ ਨੇ, ਆਂਗਨਵਾੜੀ ਧਰਕਿਆਂ ਤੇ ਬੈਠੀ ਹੈ। ਜਦੋਂ ਸਾਰਾ ਪੰਜਾਬ ਹੀ ਧਰਨਿਆਂ ਤੇ ਤੁਰਿਆ ਹੋਇਆ, ਸਾਡੇ ਤਾਂ ਕਰਕੇ ਜੇ ਅਗਰ ਪੰਜਾਬ ਦੇ ਵਿੱਚ ਇਸ ਵਾਸਤੇ ਸਦਭਾਵਨਾ ਹੈ ਤਾਂ ਉਹ ਕਿਸਾਨਾਂ ਕਰਕੇ ਹੈ। ਸਾਡਾ ਅਵੇਅਰ ਕਰਨਾ, ਲੋਕਾਂ ਨੂੰ ਦੱਸਣਾ, ਜਦੋਂ ਤੱਕ ਇਹ ਕਾਨੂੰਨ ਕਾਲੇ ਜਿਹੜੇ ਰੱਦ ਨਹੀਂ ਹੁੰਦੇ ਉਹ ਸਾਡਾ ਫਰਜ਼ ਵੀ ਬਣਦਾ ਹੈ। ਤੇ ਲਾਮ ਜੋੜ ਕੇ ਇਹਨਾਂ ਜਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਖੋਖਲਾ ਕੀਤਾ ਹੈ ਜੀ, ਇਹਨਾਂ ਲੋਕਾਂ ਕਰਕੇ ਅਸੀਂ ਉਹਨਾਂ ਨੂੰ ਅਗਾਂਹ ਦੱਸ ਵੀ ਰਹੇ ਹਾਂ। ਜਿੱਥੇ ਤੱਕ ਜਿਹੜਾ ਉਹਨਾਂ ਦਾ ਲੌਜਿਕ ਹੈ ਕਿ ਪੰਜਾਬ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਨਾਲ ਹੀ ਉਹ ਕਹਿ ਰਹੇ ਨੇ ਕਿ ਤੁਸੀਂ ਪ੍ਰਦਰਸ਼ਨ ਕਿਸ ਦੇ ਖਿਲਾਫ ਕਰ ਰਹੇ ਹੋ? ਅਡਾਨੀ ਹੋਣ ਜਾਂ ਅੰਬਾਨੀ ਹੋਣ, ਉਹਨਾਂ ਦੇ ਤਾਂ ਨਾ ਬਰਾਬਰ ਇੱਥੇ ਸੰਪत्ति ਹੈ ਜਾਂ ਇਨਵੈਸਟਮੈਂਟ ਹੈ। ਫਿਰ ਤੁਸੀਂ ਧਰਨੇ ਕਿਸ ਦੇ ਖਿਲਾਫ ਮਾਰ ਰਹੇ ਹੋ? ਪੰਜਾਬ ਸਰਕਾਰ ਦੇ ਖਿਲਾਫ? ਬਿਲਕੁਲ ਨਹੀਂ ਜੀ। ਪੰਜਾਬ ਸਰਕਾਰ ਦੇ ਖਿਲਾਫ ਸਾਡੇ ਜਾਂ ਤਾਂ ਟੋਲ ਪਲਾਜ਼ੇ ਰੋਕੇ ਹੋਏ ਨੇ ਤੇ ਜਾਂ ਫਿਰ ਅਡਾਨੀ ਅੰਬਾਨੀ ਦੇ ਜਿਹੜੇ ਬਿਜ਼ਨਸ ਹਾਊਸ ਨੇ ਉੱਥੇ ਨੇ। ਬਲਕਿ ਮੈਂ ਕੈਪਟਨ ਸਾਹਿਬ ਨੂੰ ਦੱਸਾਂਗਾ, ਪੁੱਛਣਾ ਚਾਹਾਂਗਾ ਕਿ ਉਹ ਇੱਕ ਐਫੀਡੈਵਿਟ ਦੇ ਜ਼ਰੀਏ ਸਾਨੂੰ ਜ਼ਰੂਰ ਦੱਸਣ ਕਿ ਉਹਨਾਂ ਦਾ ਅਡਾਨੀ ਅੰਬਾਨੀ ਗਰੁੱਪ ਦੀ ਜਿੰਨੀਆਂ ਵੀ ਕੰਪਨੀਆਂ ਉਹਨਾਂ ਦੇ ਵਿੱਚ ਕੋਈ ਸ਼ੇਅਰ ਹੈ ਜਾਂ ਨਹੀਂ। ਉਹ ਪਬਲਿਕ ਨੂੰ ਅਗਾਹ ਕਰਨ। ਬਾਕੀ ਸਾਨੂੰ ਸਾਡੇ ਹਾਲ ਤੇ ਦੱਸਣ। ਕਦੇ ਕਹਿ ਦਿੰਦੇ ਅਸੀਂ ਇਹਨਾਂ ਨੂੰ ਦਿੱਲੀ ਭੇਜਣ ਇਹਨਾਂ ਦਾ ਸਮਰਥਨ ਕੀਤਾ, ਕਦੇ ਸਾਡੇ ਤੇ ਕਹਿੰਦੇ ਅਸੀਂ ਇਹਨਾਂ ਦੇ ਵਰਖਲਾਫ ਹੈਗੇ, ਕਦੇ ਪਰਚੇ ਦਰਜ ਕਰਦੇ ਆ, ਕਦੇ ਰੋਕਾਂ ਦਵਾਉਂਦੇ ਆ, ਕਦੇ ਹੱਕ 'ਚ ਬਿਆਨ ਦਿੰਦੇ ਆ। ਪਰ 3 ਕਾਰਨ ਨੇ ਜੀ ਸਾਡੇ ਇੰਡਸਟਰੀ ਫੇਲ ਹੋਣ ਦੇ। ਵੈਸੇ ਤਾਂ ਇੱਥੇ ਇਕਨੋਮਿਸਟ, ਵੱਡੇ ਵੱਡੇ ਅਰਥ ਸ਼ਾਸਤਰੀ ਨਰਿੰਦਰ ਸੱਗੂ ਜੀ ਜਿਹੜੇ ਇਸ ਪ੍ਰੋਬਲਮਾਂ ਨਾਲ ਵਿਚਰ ਰਹੇ ਨੇ, ਪਰ ਫਿਰ ਵੀ ਮੈਂ ਜੋ ਆਪਣੇ ਤੌਰ ਤੇ ਜਾਣਦਾ ਉਹ ਮੈਂ ਦੱਸਣਾ ਚਾਹੁੰਦਾ ਜਲਦੀ। 2019 ਤੋਂ ਪਹਿਲਾਂ ਜਿਹੜੇ ਜਿੱਥੇ ਪ੍ਰੋਡਕਸ਼ਨ ਸ਼ੁਰੂ ਹੋ ਗਈ ਉਹਨਾਂ ਨੂੰ 5 ਰੁਪਏ ਦੇਤੀ ਤੇ ਬਾਕੀਆਂ ਨੇ ਕਿਆ ਗੁਨਾਹ ਕਰਤਾ ਜਿਨ੍ਹਾਂ ਨੇ ਦਮਾਦਮ ਨਵੇਂ ਪ੍ਰੋਜੈਕਟ ਲਾ ਕੇ ਲੋਕਾਂ ਨੂੰ ਰੁਜ਼ਗਾਰ ਦੇਣਾ ਸ਼ੁਰੂ ਕੀਤਾ। ਰੇਲ ਕੋਰੀਡੋਰ ਵਾਸਤੇ ਬੰਬੇ ਟੂ ਪਠਾਨਕੋਟ ਅਮਰਿੰਦਰ ਸਿੰਘ ਜੀ ਨੇ ਸੈਂਟਰ ਨੂੰ ਚਿੱਠੀ ਲਿਖੀ। 10 ਸਾਲ ਮਨਮੋਹਨ ਸਿੰਘ ਦੀ ਸਰਕਾਰ ਰਹੀ ਤਾਂ ਕਿੱਥੇ ਸੁੱਤੇ ਪਏ ਰਹੇ ਅਮਰਿੰਦਰ ਸਿੰਘ ਜੀ? ਕਿਉਂ ਨਹੀਂ ਸਾਨੂੰ ਜਿਹੜਾ ਟਰੱਕਾਂ ਦੇ ਵਿੱਚ ਇੰਡਸਟਰੀ ਨੂੰ ਮਾਲ ਮਹਿੰਗਾ ਆਉਂਦਾ, ਮਹਿੰਗੀ ਢੋਈ ਪੈਂਦੀ ਹੈ, ਉਹ ਸਸਤੀ ਕਰਾਈ। 5 ਰਾਜਾਂ ਦੇ ਵਿੱਚ ਟੈਕਸ ਹੌਲੀਡੇ ਚੱਲ ਰਿਹਾ ਹੈਗਾ, ਸਾਡੀ ਇੰਡਸਟਰੀ ਉਧਰ ਨੂੰ ਭੱਜ ਰਹੀ ਹੈ। ਉਹਨੂੰ ਰੋਕਣ ਵਾਸਤੇ ਜਾਂ ਆਪਣੀ ਸਟੇਟ ਨੂੰ ਬਾਰਡਰ ਸਟੇਟ ਹੋਣ ਦੇ ਨਾਤੇ ਟੈਕਸ ਹੌਲੀਡੇ ਬਣਾਉਣ ਦੇ ਵਿੱਚ ਇਹਨਾਂ ਨੇ ਕੀ ਰੋਲ ਅਦਾ ਕਰਿਆ ਉਹਦੇ ਬਾਰੇ ਦੱਸਣ। ਅੱਗੇ ਗਵਰਨੈਂਸ, ਪੰਜਾਬ ਦੇ ਵਿੱਚ ਰੇਤਾ ਨਾ ਬਜਰੀ, ਦਾਰੂ, ਪਾਣੀ ਸਾਰਾ ਮਾਫੀਆ ਇਕੱਠਾ ਹੋਇਆ, ਜਿਹਦੀ ਧੌਣ ਤੇ ਗੋਡਾ ਰੱਖੋ ਉਹਨੂੰ ਉਹ ਸਿੱਧਾ ਕਰ ਲੈਂਦਾ। ਤੁਹਾਨੂੰ ਲੱਗਦਾ ਕਿ ਠੀਕਰਾ ਤੁਹਾਡੇ ਸਿਰ ਤੇ ਭੰਨਿਆ ਜਾ ਰਿਹਾ? ਸਾਡੇ ਸਿਰ ਤੇ ਠੀਕਰਾ ਭੰਨਿਆ ਜਾਂਦਾ। ਪੰਜਾਬ ਦੇ ਵਿੱਚ ਨੋ ਗਵਰਨੈਂਸ ਹੈ ਜੀ। ਠੀਕ ਹੈ, ਇੱਕ ਮਿੰਟ। ਨਰਿੰਦਰ ਸੱਗੂ ਸਾਹਿਬ ਤੋਂ ਲੈਣੇ ਆ ਜਿਹੜੇ ਪ੍ਰਭਾਵਿਤ ਨੇ। ਸੱਗੂ ਸਾਹਿਬ, ਜਿਹੜੇ ਕੈਪਟਨ ਸਾਹਿਬ ਲਗਾਤਾਰ ਇਹ ਕਹਿ ਰਹੇ ਨੇ ਕਿ ਉਦਯੋਗ ਪ੍ਰਭਾਵਿਤ ਹੋ ਰਿਹਾ, ਇੱਥੋਂ ਤੱਕ ਕਹਿ ਦਿੱਤਾ ਉਹਨਾਂ ਨੇ ਕਿ ਪੰਜਾਬ ਸੂਬਾ ਪੈਰਾਲਾਈਜ਼ ਹੋ ਜਾਏਗਾ, ਲਕਵਾ ਮਾਰ ਜਾਏਗਾ ਸੂਬੇ ਨੂੰ ਜੇਕਰ ਅਜਿਹੀ ਹਾਲਾਤ ਬਣੇ। ਕੋਈ ਨਵੀਂ ਇੰਡਸਟਰੀ ਆਏਗੀ ਨਹੀਂ, ਜਿਹੜੀ ਇੰਡਸਟਰੀ ਹੈਗੀ ਹੈ ਉਹ ਵੀ ਇੱਥੋਂ ਬਾਹਰ ਚਲੀ ਜਾਏਗੀ। ਉਹਨਾਂ ਦਾ ਖਦਸ਼ਾ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਜਾਇਜ਼ ਹੈ?
ਇਸ ਤਰ੍ਹਾਂ ਜੀ, ਪਹਿਲਾਂ ਤਾਂ ਮੈਂ ਭਾਈ ਸਾਹਿਬ ਨੂੰ ਵਧਾਈ ਦਿਆਂਗਾ ਕਿ ਕਿਸਾਨ ਭਰਾਵਾਂ ਨੂੰ ਇੰਡਸਟਰੀ ਵਾਸਤੇ ਇੰਨੀ ਨੌਲੇਜ ਆ ਔਰ ਇੰਨਾ ਉਹਨਾਂ ਨੇ ਵਿਸਤਾਰ 'ਚ ਦੱਸਿਆ, ਉਹਦੇ ਲਈ ਸਾਨੂੰ ਬੜੀ ਖੁਸ਼ੀ ਹੋਈ ਆ ਜੀ। ਲੇਕਿਨ ਇਹ ਆ ਦੇਖੋ, ਧਰਨਾ ਜਾਂ ਸੜਕ ਰੋਕਣੀ ਜਦੋਂ ਸੀਐਮ ਜਾਂ ਪੀਐਮ ਦੀ ਗੱਡੀ ਜਾਂਦੀ ਆ ਉਸ ਵੇਲੇ ਵੀ ਲੋਕਾਂ ਨੂੰ ਪਰੇਸ਼ਾਨੀ ਤਾਂ ਹੁੰਦੀ ਹੈ ਜੀ ਜੀ। ਔਰ ਅਸੀਂ ਇਹ ਇੰਡਸਟਰੀਲਿਸਟ ਅਸੀਂ ਸਮਝਦੇ ਹਾਂ ਕਿ ਦੁੱਖ ਹੈਗਾ ਤਾਂ ਉਹ ਘਰ ਛੱਡ ਕੇ ਸੜਕਾਂ ਤੇ ਬੈਠਣ ਨੂੰ ਮਜਬੂਰ ਆ। ਇੱਥੇ ਅਸੀਂ ਇਹ ਸਮਝਦੇ ਹਾਂ ਵੀ ਸਰਕਾਰਾਂ ਦਾ ਫੇਲੂਅਰ ਹੈ। ਇੰਡਸਟਰੀ ਦੀਆਂ ਵੀ ਬਹੁਤ ਪ੍ਰੋਬਲਮਸ ਆ, ਸਾਨੂੰ ਵੀ ਸਰਕਾਰ ਦੇ ਨਾਲ ਦੋ ਹੱਥ ਕਰਨੇ ਪੈਂਦੇ ਆ ਜੀ। ਲੇਕਿਨ ਇਹ ਆ ਕਿ ਇਹੋ ਜਿਹੀ ਪੋਜੀਸ਼ਨ ਆ ਜਾਣੀ ਇਹ ਬਹੁਤ ਜ਼ਿਆਦਾ ਨੁਕਸਾਨਦੇਹ ਆ। ਬਾਕੀ ਸਗੂ ਸਾਹਿਬ, ਇਹ ਵੀ ਗੱਲ ਸਹੀ ਹੈ ਕਿ ਇੰਡਸਟਰੀ ਲਈ ਦਾ ਨੁਕਸਾਨਦੇਹ ਤਾਂ ਹੋ ਹੀ ਹੈ ਰਿਹਾ। ਕਿਉਂਕਿ ਇਹ ਕਹਿ ਰਹੇ ਨੇ ਕਿ ਅਸੀਂ ਟੋਲ ਪਲਾਜ਼ੇ ਬੰਦ ਕੀਤੇ ਹੋਏ ਨੇ, ਅਸੀਂ ਨਾ ਤਾਂ ਕੋਈ ਆਵਾਜਾਈ ਪ੍ਰਭਾਵਿਤ ਕਰ ਰਹੇ ਹਾਂ, ਕੋਈ ਆਵਾਜਾਈ ਰੋਕ ਨਹੀਂ ਰਹੇ, ਸਿਰਫ ਟੋਲ ਪਲਾਜ਼ੇ ਬੰਦ ਨੇ ਜਾਂ ਰਿਲਾਇੰਸ ਦੀ ਕੋਈ ਇੰਡਸਟਰੀ ਬੰਦ ਹੈ ਤਾਂ ਬੰਦ ਹੈ, ਅਦਰਵਾਈਜ਼ ਤਾਂ ਆਮ ਲੋਕਾਂ ਦੀ ਕੋਈ ਖੱਜਲ ਖੁਆਰੀ ਨਹੀਂ। ਆਮ ਲੋਕਾਂ ਨੂੰ ਕੋਈ ਖੱਜਲ ਖਵਾਰੀ ਨਹੀਂ, ਟੂਰ ਪਲਾਜ਼ਾ ਦੇ ਸਾਨੂੰ ਪੈਸੇ ਨਹੀਂ ਦੇਣੇ ਪੈਂਦੇ, ਉਹ ਥੋੜਾ ਜਿਹੇ ਪੈਸੇ ਬਚ ਜਾਂਦੇ ਆ। ਲੇਕਿਨ ਇਹ ਆ ਕਿ ਆਵਾਜਾਈ ਥੋੜੀ ਮੁਸ਼ਕਲ ਹੋ ਗਈ ਆ। ਪੰਜਾਬ ਦਾ ਸੈਂਟਰ ਦੇਸ਼ ਦਾ ਸੈਂਟਰ ਜਿੱਦਾਂ ਦਿੱਲੀ ਆ, ਦਿੱਲੀ ਆਉਣਾ ਜਾਣਾ ਜਾਂ ਉੱਥੋਂ ਗੱਡੀਆਂ ਜਿਹੜੀਆਂ ਉਹ ਪਿੰਡਾਂ ਵਿੱਚੋਂ ਦੀ ਆਉਂਦੀਆਂ, ਉਹਦੇ ਲਈ ਥੋੜੀ ਪ੍ਰੋਬਲਮ ਆਉਂਦੀ ਆ। ਲੇਕਿਨ ਇਹ ਆ ਕਿ ਇੱਕ ਹੋਰ ਪਾਸਿਓਂ ਵੀ ਨੁਕਸਾਨ ਹੋ ਰਿਹਾ, ਜਿਵੇਂ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਬ੍ਰਾਂਡ ਜਿਹੜਾ ਉਹਨੂੰ ਦਾਗ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹਦੇ ਵਿੱਚ। ਇਹਨੂੰ ਸਾਰਿਆਂ ਨੂੰ, ਸਾਡੇ ਪੰਜਾਬੀ ਭਰਾਵਾਂ ਨੂੰ ਦੇਖਣਾ ਚਾਹੀਦਾ ਕਿ ਪੰਜਾਬ ਦਾ ਪ੍ਰੋਡਕਟ ਅੱਛਾ ਮੰਨਿਆ ਜਾਂਦਾ, ਪੰਜਾਬ ਦੇ ਲੋਕਾਂ ਨੂੰ ਬਹੁਤ ਅੱਛੇ ਲੋਕ ਮੰਨਿਆ ਜਾਂਦਾ, ਔਰ ਪੰਜਾਬ ਦੀ ਧਰਤੀ ਨੂੰ ਬੜੀ ਉਪਜਾਊ ਔਰ ਪੰਜਾਬੀਆਂ ਨੂੰ ਬਹੁਤ ਉੱਚਾ ਦਰਜਾ ਹਾਸਲ ਹੈ। ਉਸ ਚੀਜ਼ ਨੂੰ ਵੀ ਇੱਕ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਸਾਡੇ ਕਿਸਾਨ ਵੀਰਾਂ ਨੂੰ ਵੀ ਇਹਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਔਰ ਸਾਡੇ ਸੀਐਮ ਸਾਹਿਬ ਨੂੰ ਵੀ ਧਿਆਨ ਰੱਖਣਾ ਚਾਹੀਦਾ। ਇੰਡਸਟਰੀਲਿਸਟ ਤਾਂ ਅਸੀਂ ਗੱਭੇ ਫਸੇ ਹੋਏ ਆ, ਤਾਂ ਸਾਨੂੰ ਇਸ ਗੱਲ ਦੀ ਬੜੀ ਚਿੰਤਾ ਹੈਗੀ ਆ ਕਿ ਅਸੀਂ ਮਾਲ ਤਾਂ ਪੰਜਾਬ ਚੋਂ ਬਣਾ ਕੇ ਬਾਹਰ ਹੀ ਵੇਚਣਾ। ਜੀ 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 ਜੀ। ਪੰਜਾਬ ਦੇ ਜਿਹੜੀ ਜਿੰਨੀ ਵੀ ਇੰਡਸਟਰੀ ਆ ਉਹ ਜਾ ਕੇ ਬਾਹਰ ਹੀ ਵੇਚਦੀ ਹੈ। ਇਹ ਨਾ ਹੋਵੇ ਕਿ ਇਹ ਜਿਹੜੀ ਅਪ ਡਾਊਨ ਹੋ ਰਹੀ ਆ ਸਰਕਾਰਾਂ ਦੀ ਆਪਸ ਚ, ਸੈਂਟਰ ਦੀ ਪੰਜਾਬ ਦੀ ਸੈਂਟਰ ਨਾਲ ਜੀ, ਇਹਦੇ ਚ ਇੰਡਸਟਰੀ ਦਾ ਕੋਈ ਨਾ ਭਾਰੀ ਨੁਕਸਾਨ ਨਾ ਹੋ ਜਾਵੇ। ਬਿਲਕੁਲ ਠੀਕ ਹੈ। ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਕੋਲ ਏਸੀ ਵੈਦ ਸਾਹਿਬ ਤੋਂ ਵੀ ਇੱਕ ਰਿਐਕਸ਼ਨ ਲੈ ਲਈਏ, ਫਿਰ ਵਾਪਸ ਆਣਾ। ਏਸੀ ਵੈਦ ਸਾਹਿਬ, ਜ਼ਿਆਦਾ ਨਹੀਂ ਹੋ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਥੱਲੇ ਬੈਠ। ਹਾਂ ਠੀਕ ਹੈ, ਮਸ਼ਹੂਰ ਅਰਥ ਸ਼ਾਸਤਰੀ ਨੇ। ਵੈਦ ਸਾਹਿਬ, ਜਿਹੜਾ ਖਦਸ਼ਾ ਸੀਐਮ ਸਾਹਿਬ ਨੇ ਜ਼ਾਹਰ ਕੀਤਾ ਹੈ ਔਰ ਜੋ ਅੰਕੜੇ ਉਹਨਾਂ ਨੇ ਪੇਸ਼ ਕੀਤੇ ਨੇ, ਉਹਨਾਂ ਨੇ ਕਿਹਾ ਕਿ ਬਹੁਤ ਘੱਟ ਨਿਵੇਸ਼ ਹੈ ਅਡਾਨੀਆਂ ਦਾ, ਅੰਬਾਨੀਆਂ ਦਾ, ਕਿਉਂਕਿ ਕਿਸਾਨਾਂ ਨੂੰ ਗੁੱਸਾ ਤਾਂ ਇਹੀ ਹੈ ਨਾ, ਇਹੀ ਗਿਲਾ ਕਿ ਕਾਰਪੋਰੇਟ ਘਰਾਣੇ ਨੇ ਜਿਹੜੇ, ਉਹਨਾਂ ਨੂੰ ਥੋੜਾ ਜਿਹਾ ਸੇਕ ਪਹੁੰਚਾਇਆ ਜਾਵੇ, ਉਹਨਾਂ ਦੇ ਜ਼ਰੀਏ ਕੇਂਦਰ ਸਰਕਾਰ ਤੱਕ ਸੇਕ ਪਹੁੰਚੇਗਾ। ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਬੇਲੋੜ ਹੈ ਜਿਹੜਾ ਧਰਨਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਦਿੱਤਾ ਜਾ ਰਿਹਾ, ਇਸ ਦੀ ਕੋਈ ਜ਼ਰੂਰਤ ਨਹੀਂ ਹੈ, ਤੁਹਾਡੀ ਲੜਾਈ ਸੈਂਟਰ ਨਾਲ ਹੈ, ਦਿੱਲੀ ਨਾਲ ਹੈ, ਉੱਥੇ ਜਾ ਕੇ ਲੜੋ। ਜੋ ਖਦਸ਼ਾ ਉਹਨਾਂ ਨੇ ਪ੍ਰਗਟ ਕੀਤਾ ਹੈ, ਤੁਹਾਨੂੰ ਠੀਕ ਲੱਗਦਾ ਵੈਦ ਸਾਹਿਬ? ਮੇਰਾ ਖਿਆਲ ਹੈ ਕਿ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਕਾਨੂੰਨ ਬਣਾਏ ਨੇ ਇਹ ਸੈਂਟਰਲ ਗਵਰਨਮੈਂਟ ਨੇ ਬਣਾਏ ਨੇ ਔਰ ਆਰਬਿਟਰਰੀਲੀ ਬਣਾਏ ਨੇ। ਕੋਈ ਅਪਰਚੁਨਿਟੀ ਨਹੀਂ ਦਿੱਤੀ ਕਿ ਬਈ ਇਹਨਾਂ ਤੇ ਸੋਚ ਸਮਝ ਕੇ ਇਹਨਾਂ ਦੀ ਕੋਈ ਰੈਸ਼ਨਲ ਕੱਢ ਕੇ ਇੱਕ ਕਾਨੂੰਨ ਬਣਾਏ ਜਾਣ। ਪਰ ਹੁਣ ਕਿਉਂਕਿ ਪੰਜਾਬ ਐਗਰੀਕਲਚਰਲ ਸਟੇਟ ਹੈ ਜੀ ਔਰ ਪੰਜਾਬ ਬੜਾ ਕੰਟਰੀਬਿਊਟ ਕਰਦਾ ਐਗਰੀਕਲਚਰ ਵਿੱਚ, ਤੇ ਕਿਸਾਨ ਇਫੈਕਟ ਹੋ ਰਹੇ ਨੇ ਇਹਦੇ ਨਾਲ। ਚਾਹੇ ਕਾਨੂੰਨ ਬਣਾਇਆ ਸੈਂਟਰਲ ਗਵਰਨਮੈਂਟ ਨੇ, ਬਿਲਕੁਲ ਠੀਕ ਹੈ, ਲੇਕਿਨ ਸਟੇਟ ਗਵਰਨਮੈਂਟ ਨੇ ਕਿੰਨਾ ਕੁ ਪ੍ਰੈਸ਼ਰ ਪਾਇਆ ਸੈਂਟਰ ਤੇ ਕਿ ਇਹਨੂੰ ਤੁਸੀਂ ਵਿਡਰਾ ਕਰੋ। ਕਿਸੇ ਸਟੇਟ ਨੇ ਸੈਂਟਰ ਨੂੰ ਕੁਝ ਨਹੀਂ ਕਿਹਾ, ਕੋਈ ਬੋਲਿਆ ਹੀ ਨਹੀਂ ਹੈ। ਜਿਹੜੀਆਂ ਤਾਂ ਬੀਜੇਪੀ ਗਵਰਨਡ ਸਟੇਟਸ ਨੇ ਉਹਨਾਂ ਨੇ ਤਾਂ ਉਹਨਾਂ ਨੂੰ ਸਪੋਰਟ ਕੀਤਾ ਜੀ, ਔਰ ਦੂਜੀਆਂ ਸਟੇਟਾਂ ਚੁੱਪ ਰਹੀਆਂ। ਕਿਤੇ ਕਦੀ ਕੋਈ ਸਟੇਟਮੈਂਟ ਦੇਤੀ ਕਿ ਜੀ ਇਹਨੂੰ ਕਾਨੂੰਨ ਨੂੰ ਵਿਡਰਾ ਕਰ ਲਓ, ਪਰ ਕਿਸੇ ਨੇ ਪ੍ਰੈਸ਼ਰ ਨਹੀਂ ਪਾਇਆ ਸੈਂਟਰਲ ਗਵਰਨਮੈਂਟ ਦੇ ਉੱਪਰ ਜੀ। ਔਰ ਪੰਜਾਬ ਦੇਖੋ, ਪੰਜਾਬ, ਹਰਿਆਣਾ, यूपी ਔਰ ਹਿਮਾਚਲ ਜੀ, ਇਹ ਐਗਰੀਕਲਚਰਲ ਸਟੇਟਸ ਹੈਗੀਆਂ ਸਾਰੀਆਂ, ਔਰ ਪੰਜਾਬ ਉਹ 'ਚ ਸਭ ਤੋਂ ਉੱਪਰ ਨੰਬਰ 1 ਤੇ ਹੈ ਜੀ ਜੀ। ਤਾਂ ਪੰਜਾਬ ਦੇ ਕਿਸਾਨ ਅਫੈਕਟਡ ਨੇ, ਜੋ ਕਿ ਮੁਜ਼ਾਹਰਾ ਕਿੱਥੇ ਕਰਨਗੇ? ਉਹ ਉੱਥੇ ਰੋਕ ਲਾਤੀ ਹੈ ਹਰਿਆਣੇ ਦੇ ਬਾਰਡਰ ਤੇ, ਉਸ ਤੋਂ ਅੱਗੇ ਉਹ ਜਾ ਨਹੀਂ ਸਕਦੇ। ਜੇ ਜਾਂਦੇ ਆ ਤਾਂ ਉਹਦੇ ਵਾਸਤੇ ਉਹਨਾਂ ਨੇ ਲਿਮਟ ਕਰਤੀ ਫਿਕਸ ਕਿ ਜੀ ਇੰਨੇ ਬੰਦੇ ਤੋਂ ਵੱਧ ਤੁਸੀਂ ਗੈਦਰਿੰਗ ਨਹੀਂ ਕਰ ਸਕਦੇ, ਜੰਤਰ ਮੰਤਰ ਤੇ ਵੀ।
ਤੇ ਫਿਰ ਉਹ ਆਪਣਾ ਰੋਸ਼ ਕਿੱਦਾਂ ਮੈਂ ਪ੍ਰਗਟ ਸਾਹਿਬ ਕਰਨਗੇ? ਜਿਹੜੀ ਗੱਲ ਦਾ ਖਦਸ਼ਾ ਉਹ ਪ੍ਰਗਟਾ ਰਹੇ ਕਿਤੇ ਨੇ, ਨਾ ਕਿਤੇ ਤਾਂ- ਕਾਂਗਰਸ ਦੇ ਬੁਲਾਰੇ ਵੀ ਲਗਾਤਾਰ ਮੇਰੇ ਨਾਲ ਡਿਬੇਟਸ ਕਰਦੇ ਨੇ, ਕਹਿੰਦੇ ਕਿ ਇਹ ਇੱਕ ਧਾਰਨਾ ਬਣ ਜਾਏਗੀ ਕਿ ਪੰਜਾਬ ਇੱਕ ਡਿਸਟਰਬ ਸਟੇਟ ਹੈ, ਇੱਥੇ ਨਵੀਂ ਇੰਡਸਟਰੀ ਆਏਗੀ ਨਹੀਂ, ਵੀ ਇੱਥੇ ਆਏ ਦਿਨ ਧਰਨੇ ਹੁੰਦੇ ਨੇ, ਆਏ ਦਿਨ ਮੁਜ਼ਾਹਰੇ ਹੁੰਦੇ ਨੇ, ਨਵੀਂ ਇੰਡਸਟਰੀ ਇੱਥੇ ਆਏਗੀ ਨਹੀਂ, ਇਸ ਡਰ ਤੋਂ ਕਿ ਇੱਥੇ ਰੋਸ ਮੁਜ਼ਾਹਰੇ ਬਹੁਤ ਹੁੰਦੇ ਨੇ, ਧਰਨੇ ਬਹੁਤ ਹੁੰਦੇ ਨੇ, ਆਵਾਜਾਈ ਬਹੁਤ ਪ੍ਰਭਾਵਿਤ ਹੁੰਦੀ ਹੈ, ਮੈਨ ਪਾਵਰ ਧਰਨਿਆਂ ਤੇ ਜ਼ਿਆਦਾ ਰਹਿੰਦੀ ਹੈ। ਹਰਪ੍ਰੀਤ ਜੀ ਪੰਜਾਬ ਦਾ ਬਿਗਰ ਪੋਰਸ਼ਨ ਜਿਹੜਾ ਉਹ ਬਾਰਡਰ ਏਰੀਆ। ਪੰਜਾਬ ਤਾਂ ਵਿਚਾਰਾ ਅੱਗੇ ਟਰਮਾਈਲ ਚੋਂ ਨਿਕਲ ਰਿਹਾ ਸ਼ੁਰੂ ਤੋਂ ਹੀ ਜੀ ਕਿ ਬਈ ਦੋ ਤੇ ਆਪਾਂ ਜੰਗਾਂ ਲੜ ਰਹੀਆਂ 65 ਦੀ 71 ਦੀ। ਜੀ ਉਸ ਤੋਂ ਬਾਅਦ ਅਨਫਾਰਚੂਨੇਟਲੀ ਟੈਰਰਿਜ਼ਮ ਜਿਹੜਾ 70 ਤੋਂ ਲੈ ਕੇ 80 90 ਤੱਕ ਜਿਹੜਾ ਪੰਜਾਬ ਨੇ ਟਰਮਾਈਲ ਕੀਤਾ, ਉਹਦੇ ਨਾਲ ਇੰਡਸਟਰੀ ਤੇ ਆਲਰੇਡੀ ਇੱਥੋਂ ਪਲਾਨ ਕਰ ਚੁੱਕੀ ਬਹੁਤ ਜ਼ਿਆਦਾ। ਐਪਰੀਹੈਂਸ਼ਨ ਕੋਈ ਗਲਤ ਨਹੀਂ ਹੈ ਕਿ ਜਿੱਥੇ ਵੀ ਸਟ੍ਰਾਈਕ ਹੋਏਗੀ, ਜਿੱਥੇ ਵੀ ਰੋਕੇ ਲਾਏ ਜਾਣਗੇ, ਉੱਥੇ ਪ੍ਰੋਡਕਸ਼ਨ ਤੇ ਇਫੈਕਟ ਹੋਏਗਾ ਹੀ। ਬਿਲਕੁਲ ਠੀਕ। ਔਰ ਲੋਕਾਂ ਨੂੰ ਵੀ ਇਨਕਨਵੀਨੀਅੰਸ ਹੋਏਗੀ, ਪਰ ਕਿਸਾਨਾਂ ਦਾ ਹੱਲ ਵੀ ਤਾਂ ਕੱਢੋ ਯਾਰ। ਪਰ ਇਹ ਉਹਨਾਂ ਦਾ ਹੱਲ ਵੀ ਤਾਂ ਕੱਢ ਇਹ ਦਿਓ। ਪ੍ਰੈਸ਼ਰ ਤਾਂ ਸਰਕਾਰਾਂ ਹੀ ਪਾਣਗੀਆਂ ਵੀ ਤੁਸੀਂ ਕਸੂਰਵਾਰ ਕਿਸਾਨਾਂ ਨੂੰ ਠਹਿਰਾ ਰਹੇ ਹੋ। ਸਰਕਾਰਾਂ ਨਹੀਂ ਪਾਣੀਆਂ, ਪਰ ਉਹਨਾਂ ਦਾ ਹੱਲ ਵੀ ਤਾਂ ਕਰੋ ਮਸਲਾ। ਸਰਕਾਰਾਂ ਪ੍ਰੈਸ਼ਰ ਪਾ ਨਹੀਂ ਰਹੀਆਂ। ਬਿਲਕੁਲ ਠੀਕ ਹੈ। ਚਲੋ ਮੈਂ ਇੱਕ ਮਿੰਟ ਵਾਪਸ ਆਣਾ, ਲੱਦੜ ਸਾਹਿਬ ਤੋਂ ਇੱਕ ਬਿਆਨ ਲੈ ਲਈਏ ਫਿਰ। ਜੇ ਸਰਕਾਰਾਂ ਦਾ ਪ੍ਰੈਸ਼ਰ ਪਿਆ ਹੁੰਦਾ ਸਾਰਿਆਂ ਦਾ, ਤਾਂ ਸ਼ਾਇਦ ਅਜੇ ਹਾਲਾਤ ਬਣਦੇ ਨਾ। ਲੱਦੜ ਸਾਹਿਬ ਤੁਸੀਂ ਇੱਕ ਆਫੀਸਰ ਵੀ ਰਹੇ ਹੋ, ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਸਮਝਦੇ ਹੋ। ਕੈਪਟਨ ਅਮਰਿੰਦਰ ਸਿੰਘ ਸਾਹਿਬ ਲੰਬਾ ਸਮਾਂ ਚੁੱਪ ਰਹੇ, ਇਸ ਅੰਦੋਲਨ ਦੇ ਨਾਲ ਰਹੇ ਵੀ, ਉਹਨਾਂ ਨੇ ਲਗਾਤਾਰ ਬਿਆਨ ਵੀ ਆਂਦੇ ਰਹੇ। ਯਕਾਯਕ ਇੱਕਦਮ ਅਜਿਹਾ ਕੀ ਹੋ ਗਿਆ ਕਿ ਉਹ ਇਹ ਕਹਿਣ ਲੱਗੇ ਕਿ ਇਸ ਅੰਦੋਲਨ ਨੂੰ ਸ਼ਿਫਟ ਕੀਤਾ ਜਾਣਾ ਚਾਹੀਦਾ? ਪੰਜਾਬ ਦੇ ਵਿੱਚ ਇਹ ਅੰਦੋਲਨ ਬੇਲੋੜਾ ਹੈ, ਇਹਦੀ ਇੱਥੇ ਜ਼ਰੂਰਤ ਨਹੀਂ ਹੈ, ਤੁਸੀਂ ਹਰਿਆਣਾ ਜਾਓ, ਤੁਸੀਂ ਦਿੱਲੀ ਜਾਓ। ਫਿਰ ਹਰਿਆਣਾ ਵਾਲੇ ਤੇ ਦਿੱਲੀ ਵਾਲੇ ਵੀ ਬੋਲਦੇ ਨੇ ਕਿ ਤੁਸੀਂ ਵਰਗਲਾ ਕੇ ਸਾਡੇ ਵੱਲ ਭੇਜ ਰਹੇ ਹੋ। ਅਸੀਂ ਤਾਂ ਪਹਿਲਾਂ ਹੀ ਤੁਹਾਨੂੰ ਕਹਿ ਰਹੇ ਸੀਗੇ ਤੁਸੀਂ ਕਿਸਾਨਾਂ ਨੂੰ ਵਰਗਲਾ ਕੇ ਹਰਿਆਣੇ ਭੇਜਿਆ, ਵਰਗਲਾ ਕੇ ਦਿੱਲੀ ਭੇਜਿਆ, ਔਰ ਇਸ ਗੱਲ ਦਾ ਮਾਣ ਵੀ ਤੁਸੀਂ ਲੈ ਰਹੇ ਹੋ ਕਿ ਜੇ ਮੈਂ ਤੁਹਾਨੂੰ ਦਿੱਲੀ ਨਾ ਜਾਣ ਦਿੰਦਾ ਤਾਂ ਤੁਸੀਂ ਕਿੱਥੇ ਬੈਠ ਸਕਦੇ ਸੀਗੇ। ਇਹ ਸਟੇਟਮੈਂਟ ਤੁਹਾਨੂੰ ਸਿਆਸੀ ਲੱਗਦੀ ਹੈ ਜਾਂ ਸੂਬੇ ਦੇ ਪ੍ਰਤੀ ਦਰਦ ਵਾਲੀ ਲੱਗਦੀ ਹੈ? ਹਰਪ੍ਰੀਤ ਜੀ, ਜੋ ਆਪਾਂ ਸਾਡੇ ਪੰਜਾਬ ਸਟੇਟ ਦੇ ਮੁੱਖ ਮੰਤਰੀ ਜੀ ਦਾ ਬਿਆਨ ਹੈ, ਇਹ ਅੱਜ 10 ਮਹੀਨੇ ਬਾਅਦ ਆਇਆ, ਤੇ ਇਹ ਬਿਆਨ ਪਹਿਲਾਂ ਕਿਉਂ ਨਹੀਂ ਆਇਆ? ਜੋ ਪ੍ਰਭਾਵਿਤ ਤਾਂ ਪਹਿਲਾਂ ਵੀ ਹੋ ਹੀ ਰਿਹਾ ਸੀ ਸਭ ਕੁਝ। ਪ੍ਰਭਾਵਿਤ ਤਾਂ ਹੋ ਹੀ ਨਹੀਂ ਰਿਹਾ। ਕਿਹੜੀ ਇੰਡਸਟਰੀ ਪ੍ਰਭਾਵਿਤ ਹੋਈ ਹੈ? ਸੱਗੂ ਸਾਹਿਬ ਨੇ ਬਿਆਨ ਦਿੱਤਾ ਹੈਗਾ ਕਿ ਸਾਨੂੰ ਤਾਂ ਫਾਇਦਾ ਹੋ ਗਿਆ, ਅੱਜ ਟੋਲ ਪਲਾਜ਼ੇ ਦੇ ਉੱਤੇ ਫੀਸ ਨਹੀਂ ਦੇਣੀ ਪੈਂਦੀ ਸਾਨੂੰ ਟਰਾਂਸਪੋਰਟ ਦੇ ਵਾਸਤੇ। ਇਹ ਠੀਕ ਹੈ ਕਿ ਥੋੜਾ ਬਹੁਤਾ ਇਨਕਨਵੀਨੀਅੰਸ ਆਪਣਾ ਦਿੱਲੀ ਦੇ ਬਾਰਡਰ ਦੇ ਉੱਤੇ ਸਾਰੇ ਲੋਕਾਂ ਨੂੰ ਹੋ ਰਿਹਾ, ਇੰਡਸਟਰੀ ਨੂੰ ਵੀ ਹੋ ਰਿਹਾ ਹੈਗਾ, ਆਮ ਲੋਕਾਂ ਨੂੰ ਵੀ ਹੋ ਰਿਹਾ। ਲੇਕਿਨ ਜਿੰਨਾ ਵੱਡਾ ਕਾਜ਼ ਹੈ ਕਿਸਾਨਾਂ ਦਾ, ਅਸੀਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਨੂੰ ਸਪੋਰਟ ਕਰਦੇ ਆ ਰਹੇ ਹਾਂ। ਲੇਕਿਨ ਕਿਸਾਨਾਂ ਦਾ ਜਿਹੜਾ ਦਰਦ ਹੈ ਉਹਨੂੰ ਸਮਝਣ ਦੀ ਤਾਂ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਵੈਦ ਸਾਹਿਬ ਨੇ ਬਿਲਕੁਲ ਠੀਕ ਗੱਲ ਕਹੀ ਹੈ ਕਿ ਜਿੱਥੇ ਤੇ ਬੀਜੇਪੀ ਦੀਆਂ ਸਰਕਾਰਾਂ ਆ, ਉੱਥੇ ਤਾਂ ਉਹਨਾਂ ਦੇ ਮੁੱਖ ਮੰਤਰੀਆਂ ਦੀ ਮਜਬੂਰੀ ਆ ਉਹਨਾਂ ਦੇ ਨਾਲ ਸਾਈਡ ਕਰਨਾ। ਲੇਕਿਨ ਸਾਡੀ ਸਰਕਾਰ ਜਿਹੜੀ ਆ, ਦਿੱਲੀ ਸਰਕਾਰ ਹੈ, ਪੰਜਾਬ ਸਰਕਾਰ ਹੈ, ਇਹਨਾਂ ਦੀ ਕੀ ਮਜਬੂਰੀ ਆ? ਇਹਨਾਂ ਨੇ ਕਦੋਂ ਧਰਨਾ ਦਿੱਤਾ ਜਾ ਕੇ, ਕਦੋਂ ਜਾ ਕੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਮਿਲੇ ਆ ਕਿ ਜੀ ਸਾਡੇ ਲੋਕਾਂ ਦਾ ਜਿਹੜਾ ਕਿਸਾਨ ਹੈ, ਇਹਦੇ ਨਾਲ ਸਾਡਾ ਸੂਬਾ ਪ੍ਰਭਾਵਿਤ ਹੋ ਰਿਹਾ, ਸਾਡੀ ਇਕਨੋਮੀ ਪ੍ਰਭਾਵਿਤ ਹੋ ਰਹੀ ਹੈ, ਤੁਸੀਂ ਇਹਦਾ ਹੱਲ ਕੱਢੋ। ਕੀ ਪ੍ਰਾਈਮ ਮਿਨਿਸਟਰ ਨੇ ਇੱਕ ਦਿਨ ਵਿੱਚ 1 ਮਿੰਟ ਵੀ ਕੱਢਿਆ ਕਿਸਾਨਾਂ ਵਾਸਤੇ? ਤੇ ਮੁੱਖ ਮੰਤਰੀ ਨੇ ਕੀ 1 ਦਿਨ ਕੱਢਿਆ, ਇੱਕ ਮਿੰਟ ਵੀ ਕੱਢਿਆ ਕਿ ਮੈਂ ਪੀਐਮ ਨੂੰ ਜਾ ਕੇ ਮਿਲ ਕੇ ਆਵਾਂ, ਕਿਸਾਨਾਂ ਦਾ ਜਿਹੜਾ ਰੋਣਾ ਆ, ਦਰਦ ਹੈ, ਉਹਨੂੰ ਮੈਂ ਸਾਂਝਾ ਕਰਕੇ ਆਵਾਂ? ਲੱਦੜ ਸਾਹਿਬ ਜਿਹੜਾ ਉਹ ਲੌਜਿਕ ਦਿੰਦੇ ਨੇ ਕਿ ਮੈਂ ਸੀਐਮ ਪੂਰੇ ਸਟੇਟ ਦੇ ਲੋਕਾਂ ਦਾ ਧਿਆਨ ਮੈਨੂੰ ਰੱਖਣਾ ਪਏਗਾ, ਭਾਵੇਂ ਉਦਯੋਗਪਤੀ ਨੇ, ਭਾਵੇਂ ਉਹ ਵਪਾਰੀ ਨੇ, ਕਿਸਾਨ ਨੇ, ਮਜ਼ਦੂਰ ਨੇ, ਕਿਸੇ ਇੱਕ ਧਿਰ ਦੇ ਤਾਂ ਸੀਐਮ ਨਹੀਂ ਹੈ, ਫਿਰ ਉਹਨਾਂ ਨੂੰ ਸਾਰੀਆਂ ਤਰ੍ਹਾਂ ਦਾ ਧਿਆਨ ਨਹੀਂ ਰੱਖਣਾ ਪਏਗਾ। ਮੈਂ ਤੁਹਾਡੇ ਨਾਲ 100% ਸਹਿਮਤ ਹਾਂ। ਜੋ ਆਪਣਾ ਮਾਨਯੋਗ ਮੁੱਖ ਮੰਤਰੀ ਜੀ ਦਾ ਬਿਆਨ ਹੈ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ, ਉਹ ਆਪਣੇ ਸਾਰੇ ਸੂਬੇ ਦੇ ਮੁੱਖ ਮੰਤਰੀ ਹੈ। ਲੇਕਿਨ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਆ ਕਿ ਜਿਹੜੇ 44 ਕਾਨੂੰਨ ਰੱਦ ਕੀਤੇ ਆ ਲੇਬਰ ਦੇ, ਔਰ 4 ਨਵੇਂ ਕਾਨੂੰਨ ਲੈ ਕੇ ਆਏ ਆ, ਨਾ ਤਾਂ ਕਿਸਾਨਾਂ ਨੇ ਉਹਨਾਂ ਦੀ ਗੱਲ ਕੀਤੀ ਹੈ। ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਦਾ ਨਾਰਾ ਤਾਂ ਲਾ ਰਹੇ ਆ ਕਿਸਾਨ, ਨਾ ਮੁੱਖ ਮੰਤਰੀ ਨੇ ਗੱਲ ਕੀਤੀ, ਨਾ ਕਿਸਾਨਾਂ ਨੇ ਕੀਤੀ ਆ। ਵੱਡੀ ਵਸੋਂ ਜਿਹੜੀ ਮਜ਼ਦੂਰਾਂ ਦੀ ਪ੍ਰਭਾਵਿਤ ਹੋਈ ਆ ਪੂਰੇ ਇੰਡੀਆ ਦੇ ਵਿੱਚ, ਔਰ ਖਾਸ ਕਰਕੇ ਪੰਜਾਬ ਦਾ ਕਿਸਾਨ, ਉਹਨਾਂ ਨੇ ਲੀਡ ਲਿੱਤੀ। ਅਸੀਂ ਉਹਨਾਂ ਦੇ ਨਾਲ ਹਮੇਸ਼ਾ ਉਹਨਾਂ ਦੀ ਤਰਫਦਾਰੀ ਕੀਤੀ, ਉਹਨਾਂ ਦੇ ਨਾਲ ਖੜੇ ਆ। ਲੇਕਿਨ ਕਿਸਾਨਾਂ ਨੇ ਵੀ ਉਹਨਾਂ ਦੀ ਤਰਫਦਾਰੀ ਨਹੀਂ ਕੀਤੀ ਮਜ਼ਦੂਰਾਂ ਦੀ। ਕੀ ਮਜ਼ਦੂਰ ਆਪਣੇ ਸਾਡੇ ਸਟੇਟ ਦੇ ਉਹ ਵਾਸੀ ਨਹੀਂ ਹੈ ਕਿ ਉਹਨਾਂ ਦਾ ਦਰਦ ਸਾਡਾ ਦਰਦ ਨਹੀਂ ਹੈ? ਸੋ ਇਸ ਕਰਕੇ ਮੈਂ ਸਮਝਦਾ ਕਿ ਇਹਦੇ ਪਿੱਛੇ ਕਾਰਨ ਕੋਈ ਹੋਰ ਹੈ। ਕਾਰਨ ਇਹ ਹੈ ਕਿ ਚੋਣਾਂ ਆ ਰਹੀਆਂ ਆ। ਮਾਨਯੋਗ ਮੁੱਖ ਮੰਤਰੀ ਕਿਉਂਕਿ ਇੱਕ ਪੋਲੀਟੀਕਲ ਪਾਰਟੀ ਦੇ ਨੇਤਾ ਵੀ ਹੈ, ਇਹ ਕਾਰਪੋਰੇਟ ਤੋਂ ਪੈਸਾ
ਪੈਸਾ ਆਂਦਾ ਆ ਚੋਣਾਂ ਲੜਨ ਲਈ, ਚਾਹੇ ਉਹ ਕੈਸ਼ ਆਂਦਾ ਆ, ਚਾਹੇ ਉਹ ਕਿਵੇਂ ਆਂਦਾ, ਚਾਹੇ ਪਾਰਟੀਆਂ ਨੂੰ ਬੌਂਡ ਦੇ ਫਾਰਮ ਚ ਆਂਦਾ ਆ, ਇਹ ਪੈਸਾ ਆ ਜਿਹੜਾ ਕੰਮ ਕਰਾਂਦਾ ਆ ਤੇ ਬਿਆਨ ਦਵਾਉਂਦਾ ਆ। ਇਹ ਹੋਰ ਇਹਦੇ ਪਿੱਛੇ ਕੋਈ ਕਾਰਨ ਨਹੀਂ ਹੈ ਮੈਨੂੰ ਮੇਰੀ ਸਮਝ ਦੇ ਠੀਕ है ਮੁਤਾਬਕ। खालिद साहब तो खालिद साहब लगातार किसान जथेबंदियां या किसान आगू ने जड़े वो एक स्टेटमेंट कह रहे हैं कि ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਕੈਪਟਨ ਸਾਹਿਬ ਬੀਜੇਪੀ ਦੇ ਨਾਲ ਮਿਲੇ ਹੋਏ ਨੇ, ਬੀਜੇਪੀ ਦੀ ਭਾਸ਼ਾ ਬੋਲਦੇ ਨੇ। ਅੱਜ ਤੋਂ ਕੁਝ ਟਾਈਮ ਪਹਿਲਾਂ ਜੋ ਗੱਲ ਬੀਜੇਪੀ ਕਹਿੰਦੀ ਸੀ ਕਿ ਪੂਰਾ ਸੂਬਾ ਖਰਾਬ ਹੋ ਰਿਹਾ, ਖਤਮ ਹੋ ਰਿਹਾ, ਵਪਾਰ ਖਤਮ ਹੋ ਰਿਹਾ, ਇਹ ਧਰਨੇ ਬੇਲੋੜੇ ਨੇ, ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ, ਸਿਆਸਤ ਤੋਂ ਪ੍ਰੇਰਿਤ ਨੇ, ਅੱਜ ਲਗਭਗ ਉਦਾਂ ਦੀ ਹੀ ਸਟੇਟਮੈਂਟ ਸੀਐਮ ਸਾਹਿਬ ਨੇ ਵੀ ਦਿੱਤੀ ਹੈ। ਹੁਣ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? देखो प्रीत जी, ਇੱਕ ਤਾਂ ਚੀਜ਼ ਜਿਹੜੀ ਲੱਦਰ ਸਾਹਿਬ ਨੇ ਕਹੀ ਹੈ ਨਾ ਜੀ, ਉਹ ਬਿਲਕੁਲ ਸਹੀ ਹੈ ਕਿ ਇੰਨਾ ਚਿਰ ਹੋ ਗਿਆ ਇਹ ਐਜੀਟੇਸ਼ਨ ਨੂੰ ਚੱਲਦੇ ਨੂੰ। ਪਹਿਲਾਂ ਪੰਜਾਬ ਦੇ ਵਿੱਚ ਚੱਲਿਆ, ਇੱਥੇ ਸੜਕਾਂ ਰੋਕੀਆਂ, ਇੱਥੇ ਰੇਲਾਂ ਰੋਕੀਆਂ, ਉਸ ਤੋਂ ਬਾਅਦ 10 ਮਹੀਨੇ ਹੋ ਗਏ ਤਕਰੀਬਨ ਦਿੱਲੀ ਦੇ ਬਾਰਡਰ ਤੇ ਬੈਠਿਆਂ ਦਾ। ਜੀ, ਅੱਜ ਹੀ ਅਚਾਨਕ ਕਿਉਂ ਇਹ ਸਾਰਾ ਕੁਝ ਹੋਇਆ? ਇਹ ਦੋ ਸਟੇਟਮੈਂਟਾਂ ਜਿਹੜੀ ਹੈਗੀ ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ ਕਿ ਸਿਰਫ ਇਹ ਸੀਐਮ ਸਾਹਿਬ ਦੀ ਸਟੇਟਮੈਂਟ ਹੀ ਨਹੀਂ, ਬਲਕਿ ਜਿਵੇਂ ਤੁਸੀਂ ਕਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਹੀ ਹਿਊਮਨ ਰਾਈਟਸ ਕਮਿਸ਼ਨ ਵੀ ਕਹਿ ਰਿਹਾ ਹੈ, ਔਰ ਇਹਨਾਂ ਦਿਨਾਂ ਵਿੱਚ ਹੀ ਖੱਟਰ ਸਾਹਿਬ ਵੀ ਕਮਿਸ਼ਨ ਬਣਾ ਰਿਹਾ ਹੈ ਕਿ ਜੀ ਤੁਸੀਂ ਰਸਤਾ ਇੱਕ ਪਾਸਾ ਖਾਲੀ ਕਰਾਈਓ, ਇਹਦਾ ਨੈਸ਼ਨਲ ਹਾਈਵੇ 44 ਦਾ ਸਿੰਘੂ ਬਾਰਡਰ ਤੋਂ ਇੱਕ ਪਾਸੇ ਨੂੰ ਆਵਾਜਾਈ। ਇਹ ਮਤਲਬ ਤਿੰਨ ਪਾਸਿਓਂ ਅਟੈਕ ਜਿਹੜਾ ਹੈਗਾ ਉਹ ਕਿਸਾਨ ਅੰਦੋਲਨ ਦੇ ਉੱਪਰ ਸ਼ੁਰੂ ਹੋ ਗਿਆ। ਨੰਬਰ 1। ਨੰਬਰ 2, ਤੀਸਰੀ ਚੀਜ਼ ਇਹ ਹੈਗੀ ਹੈ, ਆਪਾਂ ਸਭ ਨੂੰ ਪਤਾ ਹੈ ਕਿ ਜੇ ਅਗਰ ਪੰਜਾਬ ਸਰਕਾਰ ਦੇ ਖਿਲਾਫ ਕੋਈ ਪ੍ਰਦਰਸ਼ਨ ਹੁੰਦਾ ਹੋਵੇ ਤਾਂ ਉਹ ਡਿਸਟ੍ਰਿਕਟ ਹੈੱਡਕੁਆਰਟਰਸ ਤੇ ਨਹੀਂ ਹੁੰਦਾ, ਉਹ ਦਿੱਲੀ ਚੰਡੀਗੜ੍ਹ ਵੀ ਹੁੰਦਾ ਹੈ, ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਹੁੰਦਾ ਹੈ। ਹੁਣ ਸਾਰੇ ਡੀਸੀ ਕਹਿੰਦੇ ਨੇ ਵੀ ਭਾਈ ਸਾਹਿਬ ਇੱਥੇ ਤਾਂ ਤੁਸੀਂ ਧਰਨਾ ਨਾ ਦਿਓ, ਸਾਰੇ ਚੰਡੀਗੜ੍ਹ ਜਾਓ। ਇਹ ਤਾਂ ਉਹੀ ਗੱਲ ਹੋ ਗਈ ਨਾ, ਯਾਨੀ ਤੁਸੀਂ ਇਹ ਕਹੋ ਕਿ ਧਰਨਾ ਜੀ ਪੰਜਾਬ ਦੇ ਵਿੱਚ ਕਿਤੇ ਨਾ ਦਿਓ, ਤੁਸੀਂ ਜਾ ਕੇ ਸਾਰੇ ਦਿੱਲੀ ਇਕੱਠੇ ਹੋ ਜਾਓ। ਵੀ ਧਰਨੇ ਵਾਲਿਆਂ ਨੇ ਆਪਣੀ ਪ੍ਰੈਜ਼ੈਂਸ ਹਰ ਜਗ੍ਹਾ ਸ਼ੋ ਕਰਨੀ ਹੈ। ਆਈ ਐਗਰੀ ਕਿ ਬੜੀ ਇਨਕਨਵੀਨੀਅੰਸ ਹੁੰਦੀ ਹੈ, ਕਈ ਜਗ੍ਹਾ ਤੇ ਇਕਨੋਮਿਕ ਇਫੈਕਟ ਵੀ ਹੁੰਦਾ ਹੈ, ਇਸ ਚੀਜ਼ ਨੂੰ ਕੋਈ ਡਿਨਾਈ ਨਹੀਂ ਕਰਦਾ। ਲੇਕਿਨ ਇਸ ਸਿਚੁਏਸ਼ਨ ਦੇ ਵਿੱਚ ਜਿਸ ਵੇਲੇ ਸੈਂਟਰ ਗਵਰਨਮੈਂਟ ਬਿਲਕੁਲ ਅੜੀ ਬੈਠੀ ਹੈ ਔਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਭਾਅ ਦੇਣ ਵਾਸਤੇ ਤਿਆਰ ਨਹੀਂ ਹੈ, ਔਰ ਸੈਂਟਰ ਗਵਰਨਮੈਂਟ ਕਹਿੰਦੀ ਹੈ ਤੁਸੀਂ ਕੁਝ ਮਰਜ਼ੀ ਕਰ ਲਓ ਕਿਉਂਕਿ ਸਾਡੇ ਕੋਲ 303 ਸੀਟਾਂ ਹੈਗੀਆਂ, ਅਸੀਂ ਜੋ ਚਾਹੀਏ ਕਰੀਏ। ਉਹ ਜਿਹੜੀ ਹੱਟ ਧਰਮੀ ਆ ਉਹ ਡੈਮੋਕ੍ਰੈਟਿਕ ਸਟਰਕਚਰ ਦੇ, ਡੈਮੋਕ੍ਰੈਟਿਕ ਸਪਿਰਿਟ ਦੇ ਅਗੇਂਸਟ ਹੈ। ਕਿਉਂਕਿ ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸੱਤਾ ਚ ਆ ਗਏ ਔਰ ਤੁਸੀਂ ਆਪਣੀ ਮਰਜ਼ੀ ਕਰਨੀ ਹੈ। ਡੈਮੋਕ੍ਰੇਸੀ ਦਾ ਮਤਲਬ ਹੁੰਦਾ ਹੈ ਕਿ ਸੱਤਾ 'ਚ ਤੁਸੀਂ ਆ ਗਏ ਲੇਕਿਨ ਬਾਕੀ ਨੂੰ ਨਾਲ ਲੈ ਕੇ ਚੱਲਣਾ। ਜਿਸ ਵੇਲੇ ਕਿਸਾਨ ਅੰਦੋਲਨ ਦੇ ਜਿਹੜੇ ਮੋਢੀ ਹੈ ਜਾਂ ਕਿਸਾਨ ਖੁਦ ਹੈ ਉਹ ਇਸ ਚੀਜ਼ ਨੂੰ ਮੰਨਣ ਵਾਸਤੇ ਤਿਆਰ ਨਹੀਂ ਹਨ ਕਿ ਇਹ ਜਿਹੜੇ ਕਾਨੂੰਨ ਹੈ ਸਾਡੇ ਹੱਕ ਦੇ ਵਿੱਚ ਹੈ, ਤਾਂ ਤੁਸੀਂ ਕਿਉਂ ਉਸ ਚੀਜ਼ ਨੂੰ ਇੰਪੋਜ਼ ਕਰਨ ਲੱਗੇ ਹੋ? ਔਰ ਉਹਦੇ ਨਾਲ ਸਾਰਾ ਦੇਸ਼ ਦਾ ਮਾਹੌਲ ਵੀ ਖਰਾਬ ਹੋਇਆ ਹੈ ਔਰ ਸਟੇਟਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ, ਇੰਡੀਵਿਜੂਅਲ ਵੀ ਹੋ ਰਿਹਾ ਹੈ, ਕਾਰਪੋਰੇਟ ਨੂੰ ਵੀ ਨੁਕਸਾਨ ਹੋ ਰਿਹਾ ਹੈ। ਉਹ ਸਾਰੇ ਨੁਕਸਾਨ ਦੀ ਭਰਪਾਈ ਜਿਹੜੀ ਹੈਗੀ ਹੈ ਤੁਹਾਡੀ ਹੱਟ ਧਰਮੀ ਕਿੱਥੇ ਤੱਕ ਲੈ ਕੇ ਜਾਏਗੀ? ਸੋਚਣ ਦੀ ਗੱਲ ਇਹ ਹੈਗੀ ਹੈ। ਕਿਆ ਜਿੰਨੇ ਲੋਕ ਹੈ, ਲੋਕ ਕੀ ਸੋਚ ਰਹੇ हैं कि जी किसान लगे हुए हैं, एक जन अंदोलन क्यों नहीं बनया है ਜਿਹੜਾ ਕਿ ਪੂਰਾ ਪ੍ਰੈਸ਼ਰਾਈਜ਼ ਕਰੇ ਸੈਂਟਰ ਗਵਰਨਮੈਂਟ ਨੂੰ? ਜਨ ਅੰਦੋਲਨ ਤਾਂ ਕੋਈ ਨਹੀਂ ਹੈ, ਕਿਸਾਨ ਅੰਦੋਲਨ ਹੈ, ਆਪਾਂ ਕਿਸਾਨ ਅੰਦੋਲਨ ਕਹਿ ਰਹੇ ਹਾਂ। ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਬਣਾਉਣ ਵਾਸਤੇ ਹਰ ਜਥੇਬੰਦੀ ਨੂੰ, ਹਰ ਵਿਅਕਤੀ ਨੂੰ ਸੜਕ ਤੇ ਆਉਣਾ ਪਊਗਾ ਤਾਂ ਕਿ ਸੈਂਟਰ ਗਵਰਨਮੈਂਟ ਨੂੰ ਲੱਗੇ ਸੇਕ ਕਿ ਹਾਂ ਵੀ ਇਹ ਵਾਕਈ ਇਸ਼ੂ ਹੈਗਾ ਜਿਹਦੇ ਨੂੰ ਰਿਜ਼ੋਲਵ ਕਰਨਾ ਬੜਾ ਜਲਦੀ ਹੈ। ਬਿਲਕੁਲ ਠੀਕ ਔਰ ਹੈ। ਜ਼ਰੂਰੀ ਹੈ। ਬੈਦਵੰਤ ਸਾਹਿਬ, ਮਨੁੱਖੀ ਅਧਿਕਾਰ ਕਮਿਸ਼ਨ ਇਹ ਦਾਅਵਾ ਕਰਦਾ ਕਿ 9000 ਤੋਂ ਵੱਧ ਜਿਹੜੇ ਨੇ ਉਦਯੋਗ ਪ੍ਰਭਾਵਿਤ ਹੋਏ ਨੇ, ਭਾਵੇਂ ਉਹ ਸੂਖਮ ਹੋਣ ਜਾਂ ਮੱਧਮ ਹੋਣ। ਇੱਕ ਗੱਲ, ਦੂਜੇ ਪਾਸੇ ਸੀਐਮ ਸਾਹਿਬ ਦੀ ਇਹ ਸਟੇਟਮੈਂਟ, ਤੀਜੇ ਪਾਸੇ ਕੱਲ ਗ੍ਰਹਿ ਸਕੱਤਰ ਦੀ ਮੀਟਿੰਗ ਹੋਈ ਆ ਹਰਿਆਣਾ ਦੇ ਵਿੱਚ ਜਿਹਦੇ ਵਿੱਚ ਉਹ ਤੈਅ ਕਰ ਰਹੇ ਨੇ ਕਿ ਇੱਕ ਰਾਹ ਖਾਲੀ ਕਰਾਇਆ ਜਾਵੇ। ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਹੁਣ ਗੱਲਬਾਤ ਚੱਲਣ ਲੱਗ ਗਈ ਹੈ ਕਿ ਜੇ ਉੱਦਾਂ ਮਿਚੁਅਲੀ ਗੱਲ ਨਹੀਂ ਸੈੱਟ ਬੈਠਦੀ ਤਾਂ ਕੋਈ ਚੋਰ ਮੋਰੀਆਂ ਰਾਹੀਂ ਇਸ ਅੰਦੋਲਨ ਨੂੰ ਖਤਮ ਕੀਤਾ ਜਾਵੇ ਜਾਂ ਕੋਈ ਹੋਰ ਰਸਤਾ ਕੱਢਿਆ ਜਾਵੇ? ਤੁਹਾਨੂੰ ਵੀ ਇਹ ਮਹਿਸੂਸ ਹੁੰਦਾ? ਬਿਲਕੁਲ ਜੀ, ਜਿਹੜਾ ਹਿਊਮਨ ਰਾਈਟਸ ਹੈ ਉਹ ਸਰਕਾਰ ਦੀ ਬੋਲੀ ਬੋਲ ਰਿਹਾ। ਜੇ 1 ਸਾਲ ਤੋਂ ਹਿਊਮਨ ਰਾਈਟਸ ਕਿੱਥੇ ਸੀਗੇ? ਤੁਸੀਂ ਕਿਸਾਨਾਂ ਦੇ ਜਿਹੜੇ ਹੱਕ ਹੈ ਉਹਨਾਂ ਵਾਸਤੇ ਕਿੰਨਾ ਕੁ ਉਹਨਾਂ ਨੇ ਕੰਮ ਕਰਿਆ? ਦੂਜਾ ਰਸਤਾ ਅਸੀਂ ਨਹੀਂ ਜੀ ਰੋਕਿਆ ਹੋਇਆ, ਰਸਤਾ ਸਰਕਾਰ ਨੇ ਰੋਕਿਆ ਹੋਇਆ। ਸਾਡੇ ਤਾਂ ਉੱਥੇ ਇਹ ਹੈ ਕਿ ਗੱਡੀ ਥੋੜੀ ਜਿਹੀ ਹੌਲੀ ਹੋ ਕੇ ਚੱਲੇ ਜਾਏਗੀ ਜਿੱਥੇ ਸਾਡੇ ਧਰਨੇ ਲੱਗੇ, ਪਰ ਰੁਕਾਵਟ ਸਾਡੀ ਕੋਈ ਨਹੀਂ। ਉਹ ਵੀ ਅਸੀਂ ਆਪਣੇ ਟੈਂਟ ਥੋੜੇ ਬਹੁਤੇ ਫੁੱਟ 2 ਫੁੱਟ ਅੱਗੇ ਪਿੱਛੇ ਕਰਕੇ ਰਸਤਾ ਪੂਰਾ ਉੱਥੇ ਕਲੀਅਰ ਹੈਗਾ। ਹੁਣ ਸਾਨੂੰ ਧਰ ਤੇ ਲਵਾਂਦਾ ਕੌਣ ਹੈ?
ਮੈਂ ਕਹਾਂਗਾ ਕਿ ਕੈਪਟਨ ਸਾਨੂੰ ਮਜਬੂਰ ਕਰਦਾ ਧਰਨੇ ਲਾਉਣ ਵਾਸਤੇ। ਜਲੰਧਰ ਬਾਈਪਾਸ ਤੇ ਧਰਨਾ ਕਿਉਂ ਲੱਗਿਆ? 4 ਸਾਲ ਬਾਅਦ 10 ਰੁਪਏ ਕੀਮਤ ਵਧਾਈ, ਔਰ ਉੱਥੇ ਜੇ ਅਸੀਂ ਧਰਨਾ ਨਾ ਲਾਉਂਦੇ, ਔਰ ਤੁਸੀਂ ਸੁਣ ਕੇ ਹੈਰਾਨ ਰਹਿ ਜੂਗੇ ਕਿ ਇਸ ਧਰਨੇ ਦੇ ਵਿੱਚ 340 ਰੁਪਈਆ ਦੇਣ ਵਾਸਤੇ ਸਾਨੂੰ ਐਨੀ ਲੋਲੋ ਪੋਪੀਆਂ ਦਿੱਤੀਆਂ ਅਮਰਿੰਦਰ ਸਿੰਘ ਨੇ ਕਿ ਮੈਂ 20 ਰੁਪਏ ਤੁਹਾਨੂੰ ਬਾਅਦ ਚ ਦੇ ਦੂੰਗਾ 2 ਸਾਲ ਬਾਅਦ, 20 ਰੁਪਏ ਦਾ ਮੈਂ ਤੁਹਾਨੂੰ ਬੋਨਸ ਦੇ ਦੂੰਗਾ। ਜਦੋਂ ਸਾਨੂੰ ਲਾਸਟ ਇਹ ਕਹਿਣਾ ਪਿਆ ਕਿ 360 ਆਇਆ ਸਵੇਰੇ ਪੰਜਾਬ ਬੰਦ। ਇਹ ਤਾਂ ਸ਼ੁਕਰ ਹੋਵੇ ਸਿੱਧੂ ਸਾਹਿਬ, ਜਿਹੜਾ ਸਿੱਧੂ ਕੈਪਟਨ ਦਾ ਰੌਲਾ ਗੌਲਾ ਚੱਲਿਆ ਇੰਡਸਟਰੀ ਨੂੰ, ਇਹਨੇ ਵੀ ਬੜਾ ਨੁਕਸਾਨ ਪਹੁੰਚਾਇਆ ਪੰਜਾਬ ਨੂੰ। ਵੈਸੇ ਉਹ 32 ਐਮਐਲਏ ਲੈ ਕੇ ਉੱਥੇ ਦਿੱਲੀ ਪਹੁੰਚੇ ਹੋਏ ਸੀ ਤੇ ਇਹਨਾਂ ਨੂੰ ਪਤਾ ਸੀ ਕਿ ਜੇ ਅੱਜ 360 ਮੈਂ ਨਾ ਕਿਹਾ ਤਾਂ ਸਵੇਰੇ ਪੰਜਾਬ ਬੰਦ ਤੇ ਦਿੱਲੀ ਰਿਪੋਰਟ ਜਿਹੜੀ ਹੈਗੀ ਸਿੱਧੂ ਨੂੰ ਕਹਿਣ ਦਾ ਸੌਖਾ ਹੋ ਜਾਊਗਾ ਇਹ ਸਾਨੂੰ ਕੋਈ ਹੱਸ ਕੇ ਨਹੀਂ 360 ਦਿੱਤਾ। ਹੁਣ ਰੇਹ ਦੇ ਮੁੱਦੇ ਤੇ ਆ ਜਾਓ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਧਰਨੇ ਬਿਨਾਂ ਸਰਕਾਰਾਂ ਮੰਨਦੀਆਂ ਨਹੀਂ, ਜਾਣ ਬੁੱਝ ਕੇ ਲਵਾਨੀਆਂ ਸਾਤੋਂ। ਹੁਣ ਰੇਹ ਦਾ ਮਸਲਾ ਆ ਗਿਆ, 80% ਤੋਂ ਸੁਸਾਇਟੀ ਨੂੰ 50% ਤੇ ਕਰਤਾ। ਮੈਂ ਕੱਲ ਵੀ ਡੀਸੀ ਸਾਹਿਬ ਮੋਹਾਲੀ ਨੂੰ ਇਹ ਉਦਾਹਰਨ ਦਿੱਤੀ ਸੀ ਕਿ ਡੀਸੀ ਸਾਹਿਬ ਸੁਸਾਇਟੀ ਸਾਨੂੰ ਮੈਂਬਰਾਂ ਨੂੰ ਰੇਹ ਤਾਂ ਮੁਫਤ ਚ ਚੁਕਾ ਸਕਦੀ ਹੈ 6 ਮਹੀਨੇ ਵਾਸਤੇ ਲੋਨ ਤੇ, ਪਰ ਸਾਨੂੰ ਉਹ ਕੈਸ਼ ਨਹੀਂ ਦੇ ਸਕਦੀ ਵੀ ਆ ਲਓ ਜੀ ਤੁਸੀਂ ਪ੍ਰਾਈਵੇਟ ਤੋਂ ਪੈਸੇ ਤੋਂ ਰੇਹ ਖਰੀਦ ਲਓ, ਅਸੀਂ ਫਸਲ ਚ ਪਾਉਂਗੇ ਕਿੱਥੋਂ? ਜਿਹੜੀਆਂ ਤੁਸੀਂ ਫਰਦਾਂ ਦਾ ਰੌਲਾ ਪਾਉਂਦੇ ਆ 3 ਮਹੀਨੇ ਤੋਂ ਤਾਂ 4 ਤੋਂ ਕੰਨਗੋ ਸਟ੍ਰੈਕ ਤੇ ਚੱਲੇ। ਅੱਜ ਉਹ ਮੁੜ ਕੇ ਫੇਰ ਉਹਨਾਂ ਦਾ 1 ਮਹੀਨੇ ਦਾ ਨੋਟਿਸ ਹੈ। ਹੁਣ ਉਹ ਫਟਾਫਟ ਜਿਹੜੀਆਂ ਗਰਦੌਰੀਆਂ ਚੜਾਉਣ ਤੇ ਲੱਗੇ ਹੋਏ ਹੈ। ਕੋਈ ਅਸੀਂ ਕੱਲ ਵੀ ਮੈਂ ਕਿਹਾ ਸੀ ਮੇਰਾ ਆਪਣਾ ਹੀ ਰਿਕਾਰਡ ਦੇਖ ਲਓ, ਮੇਰੇ ਤਾਇਆ ਜੀ ਦਾ ਅਜੇ ਤੱਕ ਇੰਤਕਾਲ ਦਾ ਅਮਲ ਨਹੀਂ ਹੋਇਆ ਕਿ ਜਦ ਤੁਹਾਡਾ ਸਟੋਰੀ ਅਪਡੇਟ ਹੈ ਨਹੀਂ, ਮੇਰੇ ਤਾਇਆ ਜੀ ਦੇ ਖਾਤੇ ਤੁਸੀਂ ਪਾ ਦਿਓ 1/5ਵਾਂ ਹਿੱਸਾ ਤੇ ਮੈਂ ਤਾਏ ਨੂੰ ਹੁਣ ਮਰੇ ਹੋਏ ਨੂੰ ਮੜੀਆਂ ਨੂੰ ਚੱਕ ਕੇ ਜਾਊਂਗਾ ਵੀ ਪੈਸੇ ਦੇ ਕੇ ਕਢਾ ਦੇ, ਮੈਂ ਕਿਦੋਂ ਬੈਂਕ ਤੋਂ ਦੇ ਜਦ ਤੁਹਾਡੇ ਕੋਲ ਸਾਰੀ ਕੱਲੇ ਏਕੜ ਦੀ ਗਰਦੌਰੀ ਹੈ, ਟੋਟਲ ਜ਼ਮੀਨ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਹਾਨੂੰ ਕੀ ਲੱਗਦਾ ਕਿ ਕੈਪਟਨ ਸਾਹਿਬ ਦੀ ਇਹ ਸਟੇਟਮੈਂਟ ਕਿਉਂ ਆਈ ਹੈ, ਉਹ ਵੀ ਇਸ ਟਾਈਮ ਜਦੋਂ ਸਭ ਤੋਂ ਵੱਧ ਜ਼ਰੂਰਤ ਸੀਗੀ ਸਪੋਰਟ ਦੀ? ਇਹ ਸਟੇਟਮੈਂਟ ਕਿਉਂ ਆਈ ਹੈ? ਇਹਦੇ ਪਿੱਛੇ ਤੁਹਾਨੂੰ ਮਨਸ਼ਾ ਕੀ ਲੱਗਦੀ ਬੈਦਵਾਨ ਸਾਹਿਬ? ਜੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਦਾ ਸੂਬੇ ਪ੍ਰਤੀ ਕੋਈ ਫਿਕਰ ਜਾਂ ਸੂਬੇ ਪ੍ਰਤੀ ਕੋਈ ਪਿਆਰ ਨਹੀਂ ਹੈ ਤਾਂ ਇਹਦੇ ਪਿੱਛੇ ਹੋਰ ਕੀ ਹੈ ਫਿਰ? ਇਹ ਸਾਰਾ ਕੁਝ ਸਭ ਨੂੰ ਪਤਾ ਮੋਦੀ ਸਾਹਿਬ ਦੇ ਇਸ਼ਾਰਿਆਂ ਦੇ ਚੱਲ ਰਹੀ ਹੈ, ਔਰ ਸਟੇਟਮੈਂਟ ਤਾਂ ਇਹ ਆ ਰਹੀ ਹੈ ਕਿ ਕਾਂਗਰਸ ਦੇ ਵਿੱਚ ਇੱਕ ਸੁਤੰਤਰ ਬੀਜੇਪੀ ਦਾ ਸਿਪਾਹੀ ਹੈਗਾ, ਉਹ ਕੈਪਟਨ ਸਾਹਿਬ ਵਿਚਰ ਰਹੇ ਨੇ ਤੇ ਇਹਨਾਂ ਨੂੰ ਥੱਲੇ ਲਾਤਾ। ਫਿਰ ਉੱਪਰੋਂ ਕਹਿੰਦੇ ਜੀ ਇੰਡਸਟਰੀ ਨਹੀਂ ਪੰਜਾਬ 'ਚ ਆ ਰਹੀ। ਕਿੱਥੋਂ ਆ ਰਹੀ? ਅੱਜ ਲੋਕੀ ਜੇ ਕਿਤੇ ਕੋਈ ਕੰਮ ਚੱਲਦਾਗਾ ਤਾਂ ਜੇ ਕੋਈ ਕਿਸੇ ਤੋਂ ਪੈਸੇ ਉਧਾਰ ਮੰਗਦਾ ਉਹ ਇਹ ਨਹੀਂ ਕਹਿੰਦਾ ਮੇਰੇ ਕੋਲ ਪੈਸੇ ਨਹੀਂ, ਉਹ ਕਹਿੰਦਾ ਮਨਪ੍ਰੀਤ ਬਾਦਲ ਜਿੰਦਾਬਾਦ। ਦੇਖਾਂਗੇ ਯਾਰ ਜਦੋਂ ਸੰਗਤ ਦਰਸ਼ਨ ਬਾਦਲ ਸਾਹਿਬ ਜਿੰਦਾਬਾਦ ਹੋਣਗੇ। ਉਹ ਇਹ ਉਦਾਹਰਨਾਂ ਦੇਣ ਲੱਗ ਗਏ, ਇਹਨਾਂ ਦੇ ਜਿਹੜੇ ਖਜ਼ਾਨੇ ਖਾਲੀ ਹੋਏ ਆ। 29 ਸਤੰਬਰ ਨੂੰ ਜਦੋਂ ਪੰਜਾਬ ਭਵਨ ਦੇ ਵਿੱਚ ਫੇਸ ਟੂ ਫੇਸ ਮੀਟਿੰਗ ਹੋਈ ਕੈਪਟਨ ਸਾਹਿਬ ਦੇ ਨਾਲ, ਸਾਡੇ 5 ਬੰਦੇ ਸੀ ਉੱਥੇ ਅਸੀਂ ਸਿਲੈਕਟ ਕਰੇ ਹੋਏ। ਕੁਲਵੰਤ ਸਿੰਘ ਸੰਧੂ ਜੀ ਨੇ ਭੁਪਿੰਦਰ ਸਿੰਘ ਮਾਨ ਨੂੰ ਬੋਲਣ ਨਹੀਂ ਦਿੱਤਾ। ਉਦੋਂ ਮੇਰੀ ਸਿੱਧੀ ਗੱਲਬਾਤ ਹੋਈ ਕੈਪਟਨ ਸਾਹਿਬ ਨੇ, ਉਹਨਾਂ ਨੇ ਸੁਣਿਆ ਵੀ। ਮੈਂ ਕਿਹਾ ਵੀ ਕੈਪਟਨ ਸਾਹਿਬ ਤੁਸੀਂ ਦਿੱਲੀ ਨੂੰ ਕਾਨੂੰਨ ਬਣਾਉਣ ਦੇ ਤਾਂ ਓਵਰ ਰੂਲ ਨਹੀਂ ਕਰ ਸਕਦੇ, ਪਰ ਤੁਸੀਂ ਸਟੇਟ ਦੇ ਅਧਿਕਾਰ 'ਚ ਦਖਲ ਅੰਦਾਜ਼ੀ ਦੇਣ ਦੇ ਮਸਲੇ ਨੂੰ ਖੜਾ ਕਰਕੇ ਸਾਰੀ ਸਟੇਟਾਂ ਨੂੰ ਨਾਲ ਲੈ ਕੇ ਨਾਲੇ ਤਾਂ ਹੀਰੋ ਬਣੋ ਪੰਜਾਬ ਦੇ, ਨਾਲੇ ਅੱਗੇ ਵਾਸਤੇ ਡੱਕਾ ਲਾਓ ਅਸੀਂ ਕਾਨੂੰਨ ਗਲਤ ਹੈ ਜਾਂ ਠੀਕ ਹੈ, ਇਸ ਪੁਆਇੰਟ ਤੇ ਅਸੀਂ ਲੜੂਗੇ। ਕਿਉਂਕਿ ਇਹ ਸਾਡਾ ਅਧਿਕਾਰ ਖੇਤਰ ਹੈ। ਹਾਂ, ਲੇਕਿਨ ਉਹਨਾਂ ਨੇ ਇੱਕ ਅੱਖਾਂ ਪੂੰਝ ਜਾ ਕਰਕੇ ਗਵਰਨਰ ਸਾਹਿਬ ਦਾ ਬਹਾਨਾ ਲੈ ਲਿਆ। ਜੇ 117 ਚੋਂ 115 ਬੰਦੇ ਨਾਲ ਸੀ ਤਾਂ ਕਿਉਂ ਉਹਨਾਂ ਨੇ ਗਵਰਨਰ ਸਾਹਿਬ ਨੂੰ ਬਦਲਣ ਦਾ ਇੱਕ ਮਤਾ ਹੋਰ ਪੇਸ਼ ਨਾ ਕਰ ਦਿੱਤਾ? ਇੱਕ ਮਿੰਟ ਆਇਆ ਤੁਹਾਡੇ ਕੋਲ ਵਾਪਸ। ਸੰਗੂ ਸਾਹਿਬ ਤੋਂ ਇੱਕ ਰਿਪਲਾਈ ਲੈਣਾ ਬੜਾ ਜ਼ਰੂਰੀ ਹੈ। ਸੰਗੂ ਸਾਹਿਬ, ਤੁਹਾਨੂੰ ਲੱਗਦਾ ਕਿ ਇਹ ਸਟੇਟਮੈਂਟ ਦੇਣ ਤੋਂ ਬਾਅਦ ਦੇਖੋ ਕਿੱਦਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ, ਆਪਣੇ ਆਪ 'ਚ ਹੈਰਾਨ ਕਰਨ ਵਾਲੀਆਂ ਆ ਰਹੀਆਂ ਨੇ। ਜਦੋਂ ਹੀ ਸਟੇਟਮੈਂਟ ਦਿੱਤੀ ਜਾਂਦੀ ਹੈ ਸਾਡੇ ਕੋਲ ਕੁਝ ਇੰਡਸਟਰੀਅਲਿਸਟ ਦੀਆਂ ਬਾਈਟਾਂ ਆਉਂਦੀਆਂ ਨੇ ਕਿ ਬਿਲਕੁਲ ਠੀਕ ਕਰ ਰਹੇ ਕੈਪਟਨ ਸਾਹਿਬ, ਇਹਨਾਂ ਨੂੰ ਇੱਥੋਂ ਧਰਨਾ ਖਤਮ ਕਰਨਾ ਚਾਹੀਦਾ, ਸਾਡਾ ਉਦਯੋਗ ਹੈ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ। ਹਲੇ ਤੱਕ ਉਹ ਇੰਡਸਟਰੀਅਲਿਸਟ ਵੀ ਚੁੱਪ ਸੀਗੇ, ਉਦਯੋਗਪਤੀ ਵੀ ਚੁੱਪ ਸੀਗੇ, ਆਮ ਲੋਕ ਵੀ ਚੁੱਪ ਸੀਗੇ, ਪਰ ਜਦੋਂ ਕੈਪਟਨ ਸਾਹਿਬ ਨੇ ਇੱਕ ਇਸ਼ਾਰਾ ਦਿੱਤਾ ਆਮ ਲੋਕ ਵੀ ਬੋਲਣ ਲੱਗ ਗਏ, ਥੋੜਾ ਬਹੁਤ ਉਦਯੋਗਪਤੀ ਵੀ ਬੋਲਣ ਲੱਗੇ। ਤੁਹਾਨੂੰ ਲੱਗਦਾ ਨਹੀਂ ਕਿ ਆਪਸੀ ਭਾਈਚਾਰੇ ਵਾਲੀ ਗੱਲ ਸੀਗੀ ਜਿਹੜੀ ਹਲੇ ਤੱਕ ਆਮ ਜਨ ਖਾਸ ਜਿਹੜਾ ਇਸ ਅੰਦੋਲਨ ਦੇ ਨਾਲ ਸੀਗਾ, ਥੋੜਾ ਵਖਰੇਵਾਪਨ ਪਾਉਣ ਵਾਲੀ ਇੱਕ ਗੱਲ ਹੋ ਗਈ ਹੈ? ਜੀ ਇਸ ਤਰ੍ਹਾਂ ਹੈ ਕਿ ਇੰਡਸਟਰੀ ਦਾ ਜਿਹੜਾ ਕਿਸਾਨਾਂ ਦੇ ਨਾਲ ਰਿਸ਼ਤਾ ਨਾ ਉਹ ਨੋ ਮਾਸ ਦਾ ਹੈ ਜੀ। ਇੰਡਸਟਰੀ ਜਿਹੜੀ ਪ੍ਰੋਡਕਟ ਬਣਾਉਂਦੀ ਹੈ ਉਹ ਚੋਂ 50% ਤਾਂ ਕਿਸਾਨ ਹੀ ਯੂਜ਼ ਕਰਦੇ ਆ। ਕਈ ਤਰ੍ਹਾਂ ਦੀ ਐਗਰੀਕਲਚਰ ਇੰਡਸਟਰੀ ਹੈ ਜਾਂ ਫੂਡ ਪ੍ਰੋਡਕਟ ਇੰਡਸਟਰੀ ਹੈ, ਉਹ ਕਿਸਾਨਾਂ ਤੋਂ ਸਮਾਨ ਲੈਂਦੀ ਹੈ। ਸੋ ਇਹ ਇਦਾਂ ਤਾਂ ਨਹੀਂ ਹੈ ਕਿ ਇਦਾਂ ਕੋਈ ਬਿਆਨ ਦੇ ਕੇ ਅਲੱਗ ਕਰ ਲਏਗਾ, ਲੇਕਿਨ ਜਿਹੜੀ ਪਰੇਸ਼ਾਨੀ ਹੈਗੀ ਆ ਉਹ ਤਾਂ ਥੋੜੀ ਬਹੁਤ ਹੈਗੀ ਆ ਕਿ ਜੇ ਸਾਡੇ ਘਰ 'ਚ ਪਰੇਸ਼ਾਨੀ, ਅਸੀਂ ਇਹ ਤਾਂ ਨਹੀਂ ਵੀ ਆਪਣੇ ਘਰ ਦੇ ਵਿੱਚ ਹੀ ਧਰਨਾ ਲਾ ਕੇ ਬੈਠ ਜਾਈਏ, ਸਾਨੂੰ ਬਾਹਰ ਵੀ ਨਿਕਲਣਾ ਚਾਹੀਦਾ, ਬਾਹਰ ਨਿਕਲ ਕੇ ਸ਼ੋਅ ਆਫ ਕਰਨਾ ਚਾਹੀਦਾ ਵੀ ਸਾਨੂੰ ਪ੍ਰੋਬਲਮ ਆ। ਪੰਜਾਬ ਦੇ ਵਿੱਚ ਉਹਨਾਂ ਨੇ ਜਿੱਦਾਂ ਸੋਚਿਆ ਹੋਏਗਾ ਕਿ
ਪੰਜਾਬ ਦੀ ਪ੍ਰੋਬਲਮ ਆ, ਪੰਜਾਬ 'ਚ ਹੀ ਧਰਨਾ ਲਾਤਾ ਤੇ ਸੈਂਟਰ ਨੂੰ ਉਹਦਾ ਕੋਈ ਬਹੁਤਾ ਇਫੈਕਟ ਨਹੀਂ ਆਏਗਾ। ਤੋਂ ਕਿਸਾਨਾਂ ਨੇ ਇਹ ਫੈਸਲਾ ਬਿਲਕੁਲ ਸਹੀ ਕੀਤਾ ਜਿਹੜਾ ਕਿ ਦਿੱਲੀ ਦੇ ਜਾ ਕੇ ਉਹਨਾਂ ਨੇ ਧਰਨੇ ਲਾਏ ਆ, ਤਾਂ ਕਿ ਵਰਲਡ ਵਾਈਜ਼ ਪਤਾ ਲੱਗੇ ਕਿ ਸਾਨੂੰ ਪ੍ਰੋਬਲਮ ਆ, ਔਰ ਉਹਨੂੰ ਮੇਰੇ ਖਿਆਲ ਆ ਹੋਰ ਮਜ਼ਬੂਤ ਕਰ ਲੈਣ। ਸਾਨੂੰ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ, ਕਿਉਂਕਿ ਫੂਡ ਪ੍ਰੋਡਕਟ ਅਸੀਂ ਵੀ ਲੈਂਦੇ ਆ। ਲੇਕਿਨ ਇਹ ਆ ਕਿ ਥੋੜਾ ਬਹੁਤ ਜਿਹੜੇ ਰਸਤੇ ਆ ਉਹਦੇ ਲਈ ਅਸੀਂ ਵੀ ਕਵਾਂਗੇ ਕਿ ਕਿਸਾਨ ਭਰਾਵਾਂ ਨੂੰ ਵੀ ਥੋੜਾ ਬਹੁਤ ਉਹਦੇ ਵੱਲ ਵੀ ਧਿਆਨ ਰੱਖ ਕੇ ਕਿ ਆਮ ਲੋਕਾਂ ਨੂੰ ਕੋਈ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਬਾਕੀ ਸਾਰਾ ਸਮਾਜ, ਸਾਰਾ ਪੰਜਾਬ ਕਿਸਾਨਾਂ ਦੇ ਨਾਲ ਆ। ਪਰ ਸਵਾਲ ਇਹ ਖੜਾ ਹੁੰਦਾ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਹੋਏਗੀ ਨਹੀਂ ਤਾਂ ਸਰਕਾਰ ਤੱਕ ਸੇਕ ਪਹੁੰਚੇਗਾ ਕਿਵੇਂ, ਸਰਕਾਰ ਨੂੰ ਸੇਕ ਲੱਗੇਗਾ ਕਿਵੇਂ? ਇਹ ਵੀ ਇੱਕ ਵੱਡਾ ਸਵਾਲ ਤਾਂ ਜ਼ਰੂਰ ਖੜਾ ਹੁੰਦਾ। ਮੈਂ 1 ਮਿੰਟ ਆਇਆ ਸੀ ਵੈਦ ਸਾਹਿਬ ਤੋਂ ਇੱਕ ਸਵਾਲ ਦਾ ਜਵਾਬ ਲੈ ਲਈਏ। ਵੈਦ ਸਾਹਿਬ, ਜਿਵੇਂ ਸੀਐਮ ਸਾਹਿਬ ਨੇ ਵੀ ਕਿਹਾ ਕਿ ਬੜਾ ਵੱਡਾ ਨੁਕਸਾਨ ਆਰਥਿਕ ਪੱਧਰ ਤੇ ਹੋ ਰਿਹਾ ਹੈ, ਮਨੁੱਖੀ ਅਧਿਕਾਰ ਕਮਿਸ਼ਨ ਨੇ ਤਾਂ ਆંકੜੇ ਤੱਕ ਪੇਸ਼ ਕਰ ਦਿੱਤੇ ਕਿ ਖਾਸ ਤੌਰ ਤੇ ਦਿੱਲੀ ਦੇ ਨੇੜੇ ਤੇੜੇ ਜਾਂ ਹਰਿਆਣਾ ਦੇ ਵਿੱਚ 9000 ਅਜਿਹੇ ਉਦਯੋਗ ਨੇ ਜਿਹੜੇ ਪ੍ਰਭਾਵਿਤ ਹੋਏ ਨੇ, ਔਰ ਇਹ ਵੀ ਕਹਿ ਰਹੇ ਨੇ ਕਿ ਉਹਦੀ ਭਰਪਾਈ ਨਹੀਂ ਹੋ ਪਾਣੀ। ਜੇ ਅੰਦੋਲਨ ਖਤਮ ਵੀ ਹੋ ਜਾਂਦਾ ਤਾਂ ਵੀ ਉਹਦੀ ਭਰਪਾਈ ਨਹੀਂ ਹੋ ਪਾਣੀ। ਫਿਰ ਇਸ ਸਭ ਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਇਸ ਸਭ ਦੇ ਲਈ ਕਿਸਾਨ ਜ਼ਿੰਮੇਵਾਰ ਹੈ ਜਾਂ ਸਰਕਾਰ ਜ਼ਿੰਮੇਵਾਰ ਹੈ? ਸਰਕਾਰ ਜੇ ਸੁਣ ਲੈਂਦੀ ਤਾਂ ਸ਼ਾਇਦ ਨੁਕਸਾਨ ਹੁੰਦਾ ਹੀ ਨਾ ਇੰਨਾ। ਦੇਖੋ, ਗੱਲ ਇਹ ਹੈ ਕਿ ਜਿਹੜਾ ਤੇ ਬਾਰਡਰ ਦੇ ਉੱਪਰ ਧਰਨੇ ਲੱਗੇ ਦੇ ਆ, ਉਹਦਾ ਇਫੈਕਟ ਤੇ ਹਰਿਆਣੇ 'ਚ ਹੈ। ਉਹਦੇ 'ਚ ਪੰਜਾਬ ਕਿੱਦਾਂ ਇਫੈਕਟ ਹੋ ਰਿਹਾ? ਪੰਜਾਬ ਦੀ ਇੰਡਸਟਰੀ ਜਿਹੜੇ ਲੋਕਲ ਲੱਗਦੇ ਨੇ, ਅੱਜ ਦਾ ਹੁਣ ਤੁਸੀਂ ਕਹਿ ਰਹੇ ਸੀ ਕਿ ਫਲਾਣੀ ਜਗ੍ਹਾ ਤੇ ਧਰਨਾ ਲਾਤਾ, ਫਲਾਣੀ ਜਗ੍ਹਾ ਧਰਨਾ ਲੱਗ ਗਿਆ, ਜਲੰਧਰ ਲੱਗ ਗਿਆ, ਲੁਧਿਆਣੇ ਲੱਗ ਗਿਆ। ਹਾਂਜੀ, ਉਹ ਉਹਨੇ ਏਰੀਏ ਵਿੱਚ ਉਹਦਾ ਇੰਪੈਕਟ ਪੈਂਦਾ। ਇੰਡਸਟਰੀ ਦੇ ਵਿੱਚ, ਇੰਡਸਟਰੀ ਦਾ ਕੰਮ ਮੇਰਾ ਖਿਆਲ ਹੈ ਤੁਹਾਡੇ ਕੋਲ ਬਹੁਤ ਸਿਆਣੇ ਬੰਦੇ ਬੈਠੇ ਨੇ ਇੰਡਸਟਰੀ ਦੇ, ਬੜਾ ਵਧੀਆ ਉਹਨਾਂ ਨੇ ਬਿਲਡਅਪ ਕੀਤਾ ਆਰਗੂਮੈਂਟ। ਇੰਡਸਟਰੀ ਦਾ ਇਫੈਕਟ ਕੋਈ ਮੈਨੂੰ ਡਾਇਰੈਕਟ ਲੱਗਣ ਵਾਲੀ ਕੋਈ ਗੱਲ ਲੱਗਦੀ ਨਹੀਂ ਹੈ, ਕਿਉਂਕਿ ਦੇਖੋ ਕਿਸਾਨ ਚਾਹੇ ਸਟ੍ਰਾਈਕ ਕਰਕੇ ਬੈਠਾ ਦਾ, ਧਰਨੇ ਮਾਰ ਕੇ ਬੈਠਾ ਦਾ, ਐਗਰੀਕਲਚਰ ਦਾ ਪ੍ਰੋਡਕਸ਼ਨ ਹੋ ਰਿਹਾ ਔਰ ਐਗਰੀਕਲਚਰ ਦਾ ਪ੍ਰੋਡਕਸ਼ਨ ਬੈਟਰ ਹੋ ਰਿਹਾ। ਮਤਲਬ ਜਿਹੜੀਆਂ ਪ੍ਰਾਈਸਿਸ ਭਾਵੇਂ ਅਸੀਂ ਵਧਾਈ ਜਾਂਦੇ ਅੰਦਾ ਧੁੰਦ ਆਇਲ ਦੀਆਂ ਵੀ, ਲੇਕਿਨ ਰਾ ਮਟੀਰੀਅਲ ਮਹਿੰਗਾ ਪ੍ਰੋਡਿਊਸ ਨਹੀਂ ਕਰ ਰਹੇ ਅਸੀਂ। ਜੀ 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 ਉਹ ਸੇਮ ਹੈ, ਉਹ ਨਾਰਮਲ ਰੇਟ ਤੇ ਹੈ। ਲੇਕਿਨ ਜਿਹੜੀ ਆ ਕੰਜ਼ਿਊਮਰਿਜ਼ਮ ਹੈ, ਆ ਜਿਹੜੀ ਟ੍ਰੇਡਿੰਗ ਪਾਲਿਸੀ ਹੈ ਸਾਡੀ ਜੀ, ਉਹਦੇ ਕਰਕੇ ਜਿਹੜੀਆਂ ਪ੍ਰਾਈਸਿਸ ਵਿੱਚ ਰਾਈਜ਼ ਹੋ ਰਹੀ ਹੈ। ਕਿਸਾਨਾਂ ਨੇ ਤਾਂ ਆਪਣਾ ਪ੍ਰੋਡਕਸ਼ਨ ਪੂਰਾ ਕਰ ਰਿਹਾ, ਪ੍ਰਭਾਵਿਤ ਉਸ ਕਰਕੇ ਜ਼ਿਆਦਾ ਹੋ ਰਿਹਾ। ਲੈ ਲਓ, ਵੀਟ ਦੀ ਲੈ ਲਓ, ਸਰਸੋਂ ਦੀ ਲੈ ਲਓ, ਪਲਸਿਸ ਲੈ ਲਓ, ਵੈਜੀਟੇਬਲ ਲੈ ਲਓ, ਉਹ ਤਾਂ ਪ੍ਰੋਡਕਸ਼ਨ ਠੀਕ ਕਰ ਰਹੇ ਨੇ ਇਨ ਸਪਾਈਟ ਆਫ ਸਟ੍ਰਾਈਕ। ਔਰ ਇੰਡਸਟਰੀ ਵਾਲੇ ਉਹ ਪ੍ਰੋਡਕਟ ਨੂੰ ਚੁੱਕ ਰਹੇ ਨੇ। ਇਹ ਸਰਕਾਰ ਜ਼ਿਆਦਾ ਐਪਰੀਹੈਂਸਿਵ ਹੋ ਗਈ ਹੈ। ਕੋਈ ਇਹੋ ਜਿਹੀ ਗੱਲ ਹੈ ਨਹੀਂ ਹੈ, ਕਿਉਂਕਿ ਕੁਝ ਪਤਾ ਲੱਗੇ ਹਾਂਜੀ ਅਸੀਂ ਵੀ ਹੈਗੇ ਆ ਮੈਦਾਨ 'ਚ, ਤੇ ਇਹ ਸਟੇਟਮੈਂਟ ਆਪਾਂ ਦੇਤੀ ਹੈ। ਆਓ ਕਿ ਮੈਂ ਵੀ ਸੀਐਮ, ਸੂਬੇ ਦਾ ਸੀਐਮ ਆ ਨੂੰ। ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ 1 ਮਿੰਟ ਵੈਦ ਸਾਹਿਬ ਆਇਆ, ਮੈਂ ਲੱਤਰ ਸਾਹਿਬ ਸਵਾਲ ਇੱਕ ਇੰਪੋਰਟੈਂਟ ਖੜਾ ਕਰਕੇ ਜੀ 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 ਠੀਕ ਹੈ। ਲੱਤਰ ਸਾਹਿਬ, ਸਵਾਲ ਇਹ ਖੜਾ ਹੁੰਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਸਭ ਦੇ ਵਿੱਚ ਸ਼ਾਇਦ ਮੌਕਾ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਗੂਆਂ ਨੇ ਖੁਦ ਦੇ ਦਿੱਤਾ? ਤੁਸੀਂ ਕਹਿੰਦੇ ਹੋ ਕਿ ਸਿਆਸਤ ਸਾਡੇ ਤੋਂ ਦੂਰ ਰਵੇ, ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਜਿਹੜਾ ਉਹ ਫੈਸਲਾ ਕੀਤਾ ਗਿਆ ਕਿ ਸਿਆਸੀ ਪਾਰਟੀਆਂ ਆਪਣਾ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਕਰਨਗੀਆਂ, ਉਹਦਾ ਵੀ ਹੋ ਸਕਦਾ ਕਿ ਇਹ ਰਿਐਕਸ਼ਨ ਹੋਵੇ ਕੈਪਟਨ ਸਾਹਿਬ ਦਾ ਕਿ ਤੁਸੀਂ ਧਰਨੇ ਮਾਰਨੇ ਆ, ਤੁਸੀਂ ਰੋਸ ਮੁਜ਼ਾਹਰੇ ਕਰਨੇ ਆ, ਪੰਜਾਬ ਦੀ ਸ਼ਾਂਤੀ ਬਹਾਲੀ ਰੱਖੋ, ਪੰਜਾਬ ਦੇ ਵਿਕਾਸ ਨੂੰ ਸਿੱਧੀ ਤਰ੍ਹਾਂ ਰਹਿਣ ਦਿਓ, ਇਸ ਕਰਕੇ ਤੁਸੀਂ ਧਰਨੇ ਬਾਹਰ ਲਾਓ? ਇਸ ਚੀਜ਼ ਨੂੰ ਤੁਸੀਂ ਜੋੜ ਕੇ ਦੇਖਦੇ ਹੋ ਕਿ ਨਹੀਂ ਦੇਖਦੇ? ਹਰਪ੍ਰੀਤ ਜੀ, ਮੈਂ ਮਹਿਸੂਸ ਕਰਦਾ ਹੈਗਾ ਕਿ ਸਾਰੇ ਜਿੰਨੇ ਵਕਤਾ ਅੱਜ ਤੁਸੀਂ ਪੈਨਲ ਤੇ ਲਏ ਆ ਜੀ, ਸਾਰਿਆਂ ਨੇ ਇਹ ਗੱਲ ਨੂੰ ਜ਼ੋਰ ਦਿੱਤਾ ਹੈਗਾ ਕਿ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦਾ ਕੋਈ ਇੰਡਸਟਰੀ ਤੇ ਜਾਂ ਕਿਸੇ ਹੋਰ ਕਿਸੇ ਵਰਗ ਤੇ ਵੀ ਕੋਈ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਆਇਆ। ਮਾਨਯੋਗ ਮੁੱਖ ਮੰਤਰੀ ਜੀ ਨੇ ਜਿਹੜੇ ਸਟੇਟਮੈਂਟ ਦਿੱਤੀ ਹੈ, ਪ੍ਰੈਸ ਨੋਟ ਦਿੱਤਾ ਹੈ, ਉਹਦਾ ਆਧਾਰ ਕੀ ਹੈਗਾ ਇਹ ਸਮਝ ਤੋਂ ਬਾਹਰ ਹੈ। ਨੰਬਰ 1, ਜਾਂ ਤਾਂ ਕੋਈ ਆંકੜੇ ਹੁੰਦੇ ਵੀ ਆਹ ਇੰਡਸਟਰੀ ਚਲੀ ਗਈ, ਆਹ ਚਲੇ ਗਏ, ਉਹ ਚਲੇ ਗਏ, ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਕੋਈ ਮੰਗ ਪੱਤਰ ਹੀ ਹੁੰਦਾ ਕਿ ਜੀ ਸਾਡਾ ਇਹ ਪ੍ਰਭਾਵਿਤ ਹੋ ਰਿਹਾ। ਨਰਿੰਦਰ ਸੱਗੂ ਜੀ ਬਹੁਤ ਹੀ ਇੱਕ ਸਤਿਕਾਰਯੋਗ ਆਪਣੇ ਇੰਡਸਟਰੀ ਦੇ ਨੁਮਾਇੰਦੇ ਆ। ਅੱਜ ਦਾ ਜਿਹੜਾ, ਕਿਉਂਕਿ ਅਜੇ ਹੋਰ 6 ਮਹੀਨੇ ਪਏ ਆ ਸਰਕਾਰ ਦੇ, ਕਿਸੇ ਵੀ ਇੰਡਸਟਰੀਅਲਿਸਟ ਵਾਸਤੇ ਇਹ ਕਹਿਣਾ ਕਿ ਮਾਨਯੋਗ ਮੁੱਖ ਮੰਤਰੀ ਜੀ ਫालतू ਗੱਲ ਕਰ ਰਹੇ ਹੈਗੇ ਆ,
ਇਹ ਸ਼ਾਇਦ ਉਹਦੇ ਲਈ ਮੁਸ਼ਕਲ ਹੈ, ਕਿਉਂਕਿ ਉਹਨਾਂ ਨੇ ਇੰਡਸਟਰੀ ਵੀ ਚਲਾਣੀ ਹੈ, 100 ਤਰ੍ਹਾਂ ਦੇ ਡਿਪਾਰਟਮੈਂਟ ਉਹਨਾਂ ਦੇ ਸਿਰ ਤੇ ਲਿਆ ਕੇ ਬਹਿ ਜਾਣਗੇ ਕਿ ਤੂੰ ਇਹ ਤੇਰੀ ਹਿੰਮਤ ਕਿੱਦਾਂ ਪਈ। ਲੇਕਿਨ ਅਸਲ ਦੇ ਵਿੱਚ ਕਿਸਾਨੀ ਅੰਦੋਲਨ ਦੇ ਨਾਲ ਪੰਜਾਬ ਦੇ ਵਿੱਚ ਕੋਈ ਬੰਦਾ ਵੀ ਪ੍ਰਭਾਵਿਤ ਨਹੀਂ ਹੋਇਆ। ਇੱਕ ਬੰਦਾ ਨਾ ਕੋਈ ਇੰਡਸਟਰੀ ਪ੍ਰਭਾਵਿਤ ਹੋਈ ਆ। ਜਿਹੜੇ ਪ੍ਰਭਾਵਿਤ ਹੋਏ ਆ ਉਹ ਬੰਦੇ ਉਹ ਹੋਏ ਆ ਜਿਨ੍ਹਾਂ ਨੂੰ ਪੰਜਾਬ ਦਾ ਕਿਸਾਨ ਕੀ ਪੰਜਾਬ ਦੇ ਸਾਰੇ ਲੋਕ ਹੇਟ ਕਰਦੇ ਆ, ਜਿਨ੍ਹਾਂ ਦੀ ਦੌਲਤ ਕਰੋਨਾ ਦੇ ਵਿੱਚ ਮਲਟੀਪਲਾਈ ਬਿਲੀਅਨ ਟ੍ਰਿਲੀਅਨ ਦੇ ਨਾਲ ਹੋਈ ਆ, ਔਰ ਇਹਨਾਂ ਲੋਕਾਂ ਦੀ ਲਾਸ਼ ਦੇ ਉੱਪਰ ਹੋਈ ਆ। ਕਿਸਾਨ 600 ਮਰ ਗਿਆ, ਉਹਦਾ ਕਿਸੇ ਨੂੰ ਦਰਦ ਨਹੀਂ ਹੈ। ਮਾਨਯੋਗ ਮੁੱਖ ਮੰਤਰੀ ਨੇ ਵੀ ਨਹੀਂ ਉਹਨਾਂ ਦੇ ਕੋਈ ਅਫਸੋਸ ਕੀਤਾ, ਕੋਈ 2 ਮਿੰਟ ਦਾ ਮੌਨ ਰੱਖਿਆ ਵਿਧਾਨ ਸਭਾ 'ਚ ਕਿ ਕਿਸਾਨ ਮਰ ਗਏ ਆ। ਲੇਕਿਨ ਇੰਡਸਟਰੀ ਦਾ ਫਿਕਰ ਹੈ, ਉਹ ਵੀ ਸਿਰਫ ਅਬਾਨੀ ਤੇ ਅਡਾਨੀ ਦਾ। ਲੇਕਿਨ ਇਹਦਾ ਮੈਂ ਸਮਝਦਾ ਕਿ ਪੰਜਾਬ ਦੇਖੋ, ਜੇ ਪ੍ਰੋਟੈਸਟ ਨਹੀਂ ਕਰੋਗੇ, ਜੇ ਪਤਾ ਨਹੀਂ ਲੱਗੇਗਾ, ਪੰਜਾਬ ਦੇ ਲੋਕੀ ਧਰਨੇ 'ਚ ਕਿਵੇਂ ਜਾਣਗੇ? ਜੇ ਪੰਜਾਬ ਦੇ ਵਿੱਚ ਵੀ ਮਾੜਾ ਮੋਟਾ ਚਾਹੇ ਟੋਲ ਪਲਾਜ਼ਾ ਤੇ ਹੋ ਰਿਹਾ ਜਾਂ ਕਿਤੇ ਹੋਰ ਹੋ ਰਿਹਾ, ਕਿਤੇ ਲਾ ਭਵਨ 'ਚ ਹੋ ਰਿਹਾ, ਕਿਤੇ ਕੋਈ ਸੈਮੀਨਾਰ ਹੋ ਰਿਹਾ, ਕਿਸੇ ਨਾ ਕਿਸੇ ਤਰ੍ਹਾਂ ਦਾ ਐਗਜ਼ਿਸਟੈਂਸ ਤਾਂ ਦਿਖਾਣੀ ਪੈਗੀ। ਤੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਾਹਦਾ ਦਰਦ ਉੱਠਿਆ ਇੰਡਸਟਰੀ ਦਾ ਕਿ ਆਰਥਿਕਤਾ ਪ੍ਰਭਾਵਿਤ ਹੋ ਗਈ। ਦਰਦ ਉਸ ਫੈਸਲੇ ਦਾ ਤਾਂ ਨਹੀਂ ਹੋ ਸਕਦਾ ਜਿਹੜਾ ਕਿਹਾ ਕਿ ਸਿਆਸੀ ਪਾਰਟੀਆਂ ਆਪਣਾ ਪ੍ਰਦਰਸ਼ਨ ਨਾ ਕਰਨ, ਕੋਈ ਰੈਲੀ ਨਾ ਕਰਨ? ਦੇਖੋ, ਇਹ ਇੱਕ ਅਲੱਗ ਵਿਸ਼ਾ ਆ। ਮੈਂ ਸਮਝਦਾ ਹੈਗਾ ਕਿ ਇਹ ਆਪਣਾ ਪਤਾ ਨਹੀਂ ਉਹਨਾਂ ਨੂੰ ਕਿਹਨੇ ਦਿੱਤਾ ਹੈਗਾ। ਇਹਦੇ ਨਾਲ ਜਿਹੜਾ ਆਮ ਲੋਕੀ ਆ, ਕੱਲਾ ਕਿਸਾਨ ਨਹੀਂ ਪੰਜਾਬ ਦਾ ਕਿਸਾਨਾਂ ਦਾ ਹਮਦਰਦ, ਪੰਜਾਬ ਦੇ ਆਮ ਲੋਕ ਵੀ ਉਹਨਾਂ ਦੇ ਹਮਦਰਦ ਹੈ, ਮਜ਼ਦੂਰ ਵੀ ਹਮਦਰਦ ਹੈ। ਲੇਕਿਨ ਕਿਸਾਨਾਂ ਨੇ ਜਿਹੜਾ ਉਹਨਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਦੀ ਵਿਜ਼ਡਮ ਹੈ ਕਿ ਉਹਨਾਂ ਨੇ ਫੈਸਲਾ ਕੀਤਾ ਕਿ ਲੋਕੀ ਪਰੇ ਰਹਿਣ। ਪਤਾ ਨਹੀਂ ਉਹਨਾਂ ਦਾ ਕੀ, ਮੈਂ ਇਹਨੂੰ ਇਸ ਫੈਸਲੇ ਨੂੰ ਸਹੀ ਨਹੀਂ ਸਮਝਦਾ, ਕਿਉਂਕਿ ਇਹ ਇੱਕ ਡੈਮੋਕ੍ਰੈਟਿਕ ਸੰਵਿਧਾਨਿਕ ਰਾਈਟ ਹੈ ਲੋਕਾਂ ਦਾ ਕਿ ਉਹਨਾਂ ਨੇ ਅਗਲੀ ਸਰਕਾਰ ਚੁਣਨੀ ਹੈ। ਸੰਵਿਧਾਨ ਉਹਨਾਂ ਨੂੰ ਹੱਕ ਦਿੰਦਾ ਆ ਆਪਣੀ ਗੱਲ ਰੱਖਣ ਦੀ। ਇਹ ਲੋਕੀ ਮਾੜੇ ਆ, ਇਹ ਲੋਕੀ ਚੰਗੇ ਆ, ਅਸੀਂ ਲੋਕੀ ਵਧੀਆ ਆ, ਲੋਕਾਂ ਤੇ ਛੱਡਿਆ ਜਾਣਾ ਚਾਹੀਦਾ, ਉਹ ਫੈਸਲਾ ਕਰਨ। ਲੋਕਾਂ ਦਾ ਹੀ ਇਹ ਮਨ ਸੀਗਾ ਕਿ ਅਸੀਂ ਵੀ ਹਮਦਰਦੀ ਦੇ ਨਾਲ ਕਿਸਾਨਾਂ ਦਾ ਸਾਥ ਦਿੱਤਾ ਆ। ਅਸੀਂ ਕੋਈ ਚੋਣਾਂ ਜਿੱਤਣ ਵਾਸਤੇ ਤਾਂ ਨਹੀਂ ਸਾਥ ਦਿੱਤਾ, ਅਸੀਂ ਉਹਨਾਂ ਦਾ ਸਾਥ ਦਿੱਤਾ। ਤੇ ਜੇ ਅੱਜ ਕੋਈ ਕਿਸੇ ਤੇ ਬੰਦਸ਼ ਲਾਉਂਦਾ ਹੈਗਾ ਤਾਂ ਮੈਂ ਸਮਝਦਾ ਹੈਗਾ ਵੈਦਵਾਨ ਸਾਹਿਬ ਕਿਸਾਨਾਂ ਦੇ ਬਹੁਤ ਵੱਡੇ ਲੀਡਰ ਹੈ, ਬੈਠੇ ਆ, ਇਹ ਜਸਟੀਫਿਕੇਸ਼ਨ ਕਿਵੇਂ ਦੇਣਗੇ ਕਿ ਵੀ ਤੁਸੀਂ ਕਰੋਗੇ ਕਿ ਕਿਸਾਨ ਹੀ ਪੰਜਾਬ ਦਾ ਨੁਮਾਇੰਦਾ ਹੈ ਇਕੱਲਾ, ਕਿ ਪੰਜਾਬ ਦੇ ਵਿੱਚ ਕੋਈ ਹੋਰ ਵਰਗ ਨਹੀਂ ਹੈ, ਕਿ ਦਲਿਤ ਵਰਗ ਨਹੀਂ ਹੈ, ਕਿ ਪਛੜੀਆਂ ਸ਼੍ਰੇਣੀਆਂ ਨਹੀਂ ਹੈ, ਕਿ ਹਾਈ ਕਾਸਟ ਲੋਕੀ ਰਹਿੰਦੇ ਉਹ ਨਹੀਂ ਹੈ, ਕਿ ਵਪਾਰੀ ਵਰਗ ਨਹੀਂ ਹੈ, ਕਿ ਕਿਸਾਨ ਹੀ ਫੈਸਲਾ ਕਰਨਗੇ ਕਿ ਅਸੀਂ ਆਪਣਾ, ਤੁਸੀਂ ਇੱਥੇ ਜੇ ਤੁਸੀਂ ਜਾਓਗੇ ਰੈਲੀ ਕਰੋਗੇ ਜਾਂ ਕੰਪੇਨ ਕਰੋਗੇ ਤਾਂ ਤੁਸੀਂ ਕਿਸਾਨ ਵਿਰੋਧੀ ਹੋਗੇ। ਬਿਲਕੁਲ ਗਲਤ ਫੈਸਲਾ ਆ ਔਰ ਇਹਨੂੰ ਰੀਕਨਸੀਡਰ ਕਰਨਾ ਚਾਹੀਦਾ। ਕਿਉਂਕਿ ਅਸੀਂ ਇਹ ਮੁਜ਼ਾਹਰਾ ਧਰਨਾ ਅੰਦੋਲਨ ਸਿਰਫ ਆਪਣੇ ਹੱਕਾਂ ਲਈ ਨਹੀਂ ਕੀਤਾ, ਅਸੀਂ ਸਭ ਤੋਂ ਵੱਡੇ ਹਮਾਇਤੀ ਹਾਂ ਲੋਕਤੰਤਰ ਦੇ ਹਮਾਇਤੀ ਹੀ ਜਦੋਂ ਇਹ ਗੱਲ ਕਰਨਗੇ ਤਾਂ ਫਿਰ ਹਮਾਇਤ ਤੁਹਾਡੀ ਕਿੱਥੇ ਖੜੀ ਹੁੰਦੀ ਹੈ? ਇਹ ਸਵਾਲ ਜ਼ਰੂਰ ਹੈ। ਮੈਂ 1 ਮਿੰਟ ਆ ਗਿਆ ਤੁਹਾਡੇ ਕੋਲ, ਮੈਂ ਖਾਲਿਦ ਸਾਹਿਬ ਤੋਂ ਵੀ ਲੈ ਲਈਏ ਰਿਪਲਾਈ। ਖਾਲਿਦ ਸਾਹਿਬ ਵੀ ਲਗਾਤਾਰ ਇਸ ਮੁੱਦੇ ਤੇ ਨਜ਼ਰ ਰੱਖੇ ਬੈਠੇ ਨੇ। ਖਾਲਿਦ ਸਾਹਿਬ, 2 ਚੀਜ਼ਾਂ ਨੇ ਇਸ ਪੂਰੇ ਮੁੱਦੇ ਦੇ ਉੱਤੇ। ਹੁਣ ਇਸ ਪੂਰੀ ਸਥਿਤੀ ਨੂੰ ਨਜਿੱਠਣ ਦੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਬਿਆਨ ਦਿੱਤਾ ਹੈ ਉਸ ਦੇ ਪ੍ਰਤੀਕਰਮ ਜਿਹੜੇ ਕਿਸਾਨ ਭਾਈਚਾਰੇ ਵੱਲੋਂ ਆ ਰਹੇ ਨੇ, ਹੋਰ ਤਿੱਖਾ ਹੋ ਗਿਆ ਅੰਦੋਲਨ ਪੰਜਾਬ ਦੇ ਵਿੱਚ? ਪਹਿਲਾਂ ਟੋਲ ਪਲਾਜ਼ਿਆਂ ਤੇ ਜਿਹੜੀ ਗਿਣਤੀ 50-60 ਦੀ ਹੁੰਦੀ ਸੀ, ਅੱਜ 500 ਲੋਕ ਉੱਥੇ ਬੈਠੇ ਹੋਏ ਨੇ। ਇਹ ਤੁਹਾਨੂੰ ਲੱਗਦਾ ਕਿ ਅੰਦੋਲਨ ਨੂੰ ਫਾਇਦਾ ਹੋ ਗਿਆ? ਜੋ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀਗੇ ਉਹ ਪੁੱਠਾ ਪੈ ਗਿਆ? ਕੀ ਤੁਹਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੇ ਸਿਆਸੀ ਲਾਹੇ ਲਈ ਵੀ ਅਜਿਹੀ ਬਿਆਨਬਾਜ਼ੀ ਕੀਤੀ ਹੋ ਸਕਦੀ ਹੈ? ਦੇਖੋ ਹਰਪ੍ਰੀਤ ਜੀ, ਹਰਪ੍ਰੀਤ ਜੀ, ਗੱਲ ਹੈਗੀ ਹੈ ਕਿ ਅੰਦੋਲਨ ਨੂੰ ਭਖਾਉਣਾ, ਅੰਦੋਲਨ ਨੂੰ ਮੋਬਿਲਾਈਜੇਸ਼ਨ ਕਰਨਾ, ਉਹ ਸਾਡਾ ਸਾਰਿਆਂ ਦਾ ਜਿੱਥੇ ਵੀ ਜਿਸ ਸਥਿਤੀ 'ਚ ਬੈਠੇ ਆ ਸਾਡਾ ਫਰਜ਼ ਹੈ। ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਕਿਸਾਨ ਅੰਨਦਾਤਾ ਹੈ, ਦੂਸਰੇ ਪਾਸੇ ਉਹਨੂੰ ਸੜਕਾਂ ਤੇ ਰੋਲਦੇ ਆ। ਉਹਦੇ ਵਿੱਚ ਸਾਡੀ ਮੋਰਲ ਰਿਸਪੌਂਸਿਬਿਲਿਟੀ ਹੈ ਤੇ ਡਿਊਟੀ ਹੈ ਕਿ ਅਸੀਂ ਨਾਲ ਖੜੇ ਹੋਈਏ। ਜਿੱਥੇ ਤੱਕ ਸਵਾਲ ਹੈ ਕਿ 113 ਜਗ੍ਹਾ ਤੇ ਧਰਨੇ ਲੱਗੇ ਹੋਏ ਆ, ਉਹ ਜਿਹੜੇ ਹੈਗੇ ਆ ਫਜ਼ੂਲ ਹੈ, ਬਿਲਕੁਲ ਨਹੀਂ ਹੈ, ਕਿਉਂਕਿ ਉਹਨਾਂ ਤੇ ਬਿਨਾ ਜੀ। ਖਾਲਿਦ ਸਾਹਿਬ, ਤੁਹਾਡੀ ਆਵਾਜ਼ ਕੱਟ ਗਈ, ਮੈਂ ਦੁਬਾਰਾ ਤੁਹਾਡੇ ਕੋਲ ਆ ਜਾਵਾਂਗਾ। ਹਾਂਜੀ, ਜਲਦੀ ਦੇ ਵਿੱਚ, ਆਪਣੇ ਕੋਲ ਟਾਈਮ ਘੱਟ ਹੈ ਹੁਣ। ਬੈਦਵਾਨ ਸਾਹਿਬ, ਕੈਪਟਨ ਸਾਹਿਬ ਜੀ, ਸਾਨੂੰ ਰੋਸ ਇਸ ਗੱਲ ਦਾ ਵੀ ਹੈ ਕਿ ਰਾਣਾ ਸ਼ੂਗਰ ਮਿਲ ਦੇ 6% ਸਾਡੀ ਰਿਕਵਰੀ ਕੱਢ ਕੇ ਦਿਖਾਈ ਹੈ ਠੱਗੀ ਦੇ ਨਾਲ। ਉਹ ਕੋਈ ਨੋਟਿਸ ਨਹੀਂ ਲੈ ਰਹੇ ਕਿ ਜੇ ਬਾਕੀਆਂ ਦੀ 10% ਤੋਂ ਉੱਪਰ ਜਾ ਰਹੀ ਹੈ, ਤੁਹਾਡੀ ਕਿਉਂ 6 ਆ ਰਹੀ ਹੈਗੀ। ਵਰਧਮਾਨ ਗਰੁੱਪ ਨੂੰ, ਨਾਹਰ ਗਰੁੱਪ ਨੂੰ 33 ਕਰੋੜ 1509 ਕਰੋੜ ਵੰਡਤਾ। ਸਗੂ ਉਹਨਾਂ ਦਾ ਕਿਆ ਕਸੂਰ ਹੈ? ਜਿਹੜੀ ਮੀਡੀਅਮ ਤੇ ਛੋਟੀ ਇੰਡਸਟਰੀ ਹੈ ਉਹਨੂੰ ਨਹੀਂ ਕੀਤਾ ਜਾਂਦਾ। ਅੱਜ ਪਲਾਸਟਿਕ ਦਾਣੇ ਤੇ ਜਿਹੜਾ ਚਾਈਨਾ ਤੋਂ ਆਉਂਦਾ ਸੀ 40% ਟੈਕਸ ਲਾ ਕੇ ਇੱਥੇ ਦੀ ਇੰਡਸਟਰੀ ਰੋਲਤੀ। 40% ਇੱਕ ਗਰੁੱਪ ਨੂੰ ਉਹਨਾਂ ਨੇ ਫਾਇਦਾ ਦੇਤਾ ਤੇ ਇੰਡਸਟਰੀ ਮੁੱਦੇ ਮੂੰਹ ਮਾਰਤੀ। ਜਿਸ ਸੱਚੇ ਹਮਦਰਦ ਇੰਡਸਟਰੀ ਦੇ ਬਣਦੇ ਹੋ ਤਾਂ ਇਦਾਂ ਫਾਇਦਾ ਬਚਾਓ। ਜੇ ਉਹ ਅਸੀਂ ਚਾਹੁੰਦੇ ਹਾਂ, ਜਿਹਨੂੰ ਪਤਾ ਹੈ ਅੱਜ ਇੰਡਸਟਰੀ ਦੇ ਵਿੱਚ ਜਿਸ ਬੰਦੇ ਦਾ ਕਰੋੜਾਂ ਰੁਪਈਆ ਲੱਗਿਆ ਉਹ ਛੱਡ ਵੀ ਨਹੀਂ ਸਕਦਾ, ਬੰਦ ਵੀ ਨਹੀਂ। ਜੇ ਉਹਦਾ ਰੋਜ਼ ਦੀ ਰੋਜ਼ ਮਾਲ ਨਿਕਲਦਾ ਬਾਹਰ ਵਿਕਦਾ,
ਤਾਂ ਇੰਡਸਟਰੀ ਚੱਲਦੀ ਹੈ। ਅਗਰ ਇੱਕ ਹਫ਼ਤੇ ਵਾਸਤੇ ਇੰਡਸਟਰੀ ਦਾ ਦੇਣਾ ਲੈਣਾ ਬੰਦ ਹੋ ਜੇ ਤਾਂ ਇੱਕ ਵਾਰ ਬੰਦ ਹੋਈ ਇੰਡਸਟਰੀ, ਅਸੀਂ ਤਾਂ ਖੇਤੀ ਵਾਲੇ ਆ, ਅਸੀਂ ਤਾਂ ਜੇ ਇੱਕ ਫਸਲ ਮਰ ਗਈ 1 ਸਾਲ 6 ਮਹੀਨੇ ਛੱਡ ਦਈਏ, ਸਾਡੀ ਖੇਤੀ ਦਾ ਮੁੜ ਕੇ ਬੀਜ ਦੇਣਾ ਕੋਈ ਤਾਂ ਇੱਕ ਦਾਣਾ ਬੀਜਣਾ 40 ਵੱਢਣੇ ਨੇ। ਠੀਕ ਹੈ। ਪਰ ਇੰਡਸਟਰੀਲਿਸਟ ਨੇ 40 ਰੁਪਏ ਲਾ ਕੇ 1 ਰੁਪਈਆ ਵੀ ਬੜੀ ਮੁਸ਼ਕਲ ਨਾਲ ਕਮਾਉਣਾ, ਇਸ ਕਰਕੇ ਉਹ ਬੰਦ ਵੀ ਨਹੀਂ ਕਰ ਸਕਦਾ, ਰੋ ਵੀ ਨਹੀਂ ਸਕਦਾ, ਧਰਨੇ ਦੇ ਵੀ ਨਹੀਂ ਬੈਠ ਸਕਦਾ ਉਹਨੂੰ ਬੰਦ ਕਰਕੇ। ਇਹ ਸਰਕਾਰ ਨੂੰ ਚਾਹੀਦਾ ਕਿ ਬਜਾਏ ਉਹ ਮੋਮੋ ਠੱਗਣੀਆਂ ਮਾਰਦੇ, ਜਿਹੜੀ ਇੰਪੋਰਟ ਐਕਸਪੋਰਟ ਡਿਊਟੀ ਹੈ ਹੋਰ ਹੈ, ਜਿੱਥੇ ਜਿੱਥੇ ਸਾਡੇ ਇੰਡਸਟਰੀਲਿਸਟ ਦੇ ਨੁਕਸਾਨ ਹੋ ਰਿਹਾ ਉਹਨਾਂ ਦਾ ਹਮਦਰਦ ਬਣੇ। ਠੀਕ ਹੈ, ਤੁਹਾਡੇ ਸਿਰ ਨਾ ਸਾਨੂੰ ਭੰਨਣ। ਜੱਟਾਂ ਨੂੰ ਸਲਾਹ ਦੇਵੇ ਜੀ ਤਾਂ ਸਲਾਹ ਦੇਵੇ ਸਾਨੂੰ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋ, ਜਿਹੜੇ 14 ਸਤੰਬਰ ਨੂੰ ਜਾ ਕੇ ਜਿੱਦਣ ਬਿੱਲ ਪਾਸ ਹੋਣਾ ਸੀ ਲੋਕ ਸਭਾ ਦੇ ਸਾਹਮਣੇ ਖੜੇ, ਕਿਸਾਨਾਂ ਚੋਂ ਮੈਂ ਹਰਿੰਦਰ ਸਿੰਘ ਲੱਖੋਵਾਲ, ਗੁਰਵਿੰਦਰ ਸਿੰਘ ਕੂਮ ਕਲਾ, ਇਧਰੋਂ ਟਕੈਤ ਸਾਹਿਬ, ਅਸੀਂ ਗਏ ਲੇਕਿਨ ਸਾਨੂੰ ਉੱਤੇ ਗੁਰਦੁਆਰੇ ਦੇ ਕੋਲ ਰੋਕ ਲਿਆ ਗਿਆ, ਅਸੀਂ ਸਿਰੇ ਨਹੀਂ ਪਹੁੰਚ ਸਕੇ। ਲੇਕਿਨ ਦੁੱਖ ਇਸ ਗੱਲ ਦਾ ਕਿ ਅੱਜ ਫਿਰ ਪ੍ਰਤਾਪ ਸਿੰਘ ਬਾਜਵਾ ਜੀ ਵੀ ਉਹ ਰੋਸ ਮੁਜ਼ਾਹਰੇ ਤੋਂ ਬਾਅਦ ਢਿੱਲੇ ਪੈ ਗਏ, ਉਹ ਵੀ ਕਿਸਾਨਾਂ ਨੂੰ ਥੋੜੀ ਜਿਹੀ ਪਿੱਠ ਦੇ ਗਏ। ਮੈਨੂੰ ਇਸ ਗੱਲ ਦਾ ਦੁੱਖ ਬਹੁਤ ਹੈ। ਪਰ ਫਾਸਟ ਡੇ ਉਹ ਜ਼ਰੂਰ ਗਏ, ਦੋਏ ਜਣੇ ਫਾਸਟ ਡੇ ਗਏ ਉਹ ਜ਼ਰੂਰ, ਉਹਨਾਂ ਨੇ ਰੋਸ ਕੀਤਾ। ਹਾਂਜੀ ਖਾਲਿਦ ਸਾਹਿਬ ਤੁਹਾਡੀ ਗੱਲ ਵਿੱਚ ਰਹਿ ਗਈ ਸੀ, ਕੰਟੀਨਿਊ ਕਰ ਸਕਦੇ ਹੋ ਜੀ। ਮੈਂ ਜਸਟ ਇੱਕ ਗੱਲ ਕਹਿ ਰਿਹਾ ਸੀਗਾ ਕਿ ਜਿਹੜੀ ਇਹ ਆਰਗੂਮੈਂਟ ਲਿਆਈ ਜਾ ਰਹੀ ਹੈ ਕਿ 9000 ਯੂਨਿਟਸ ਨੂੰ ਨੁਕਸਾਨ ਹੋਇਆ ਹੈ, ਇਹ ਤੇ ਉਹਦੀ ਕੌਣ ਜ਼ਿੰਮੇਵਾਰੀ ਲਊਗਾ? ਡੀਮੋਨੀਟਾਈਜੇਸ਼ਨ ਦੇ ਨਾਲ ਕੀ ਹੋਇਆ ਸੀਗਾ, ਉਹਦੀ ਜ਼ਿੰਮੇਵਾਰੀ ਕਿਸੇ ਨੇ ਲੈਤੀ ਹੈ? ਡੀਮੋਨੀਟਾਈਜੇਸ਼ਨ ਦੇ ਵਿੱਚ ਕਿੰਨਾ ਜ਼ਿਆਦਾ ਸਮਾਲ ਸਕੇਲ ਜਿਹੜਾ ਸੈਕਟਰ ਹੈ ਉਹਨੂੰ ਕਿੰਨਾ ਨੁਕਸਾਨ ਹੋਇਆ, ਕਿੰਨਾ ਅਨਆਰਗੇਨਾਈਜ਼ਡ ਸੈਕਟਰ ਨੂੰ ਨੁਕਸਾਨ ਹੋਇਆ, ਉਹਦੀ ਹਜੇ ਤੱਕ ਕੋਈ ਆંકੜੇ ਸਾਹਮਣੇ ਨਹੀਂ ਆਏ। ਉਹਦੀ ਜ਼ਿੰਮੇਵਾਰੀ ਕੌਣ ਲਊਗਾ? ਤੁਸੀਂ ਕਿਸਾਨਾਂ ਦੇ ਅੰਦੋਲਨ ਦੀ ਜ਼ਿੰਮੇਵਾਰੀ ਤਾਂ ਲੈਣ ਤੁਰ ਪਈ, ਕਿਉਂਕਿ ਉਹ ਇੱਕ ਏਜੰਸੀ ਹੈ ਜਿਹੜੀ ਕਿ ਸੈਂਟਰ ਗਵਰਨਮੈਂਟ ਦੇ ਕੰਟਰੋਲ 'ਚ ਹੈ। ਅਗਰ ਤੁਸੀਂ ਕਰਨਾ ਤਾਂ ਆਬਜੈਕਟਿਵਲੀ ਹਰ ਡਿਸੀਜਨ ਦਾ ਐਨਾਲਿਸਿਸ ਕਰੋ ਜਿਹੜਾ ਸਰਕਾਰ ਨੇ ਅੱਜ ਤੱਕ ਲੈਤੇ ਹੈ। ਬਿਲਕੁਲ ਠੀਕ ਹੈ। ਸੋ ਮੁੱਕਦੀ ਗੱਲ ਇਹ ਹੈ ਇਸ ਪੂਰੇ ਮੁੱਦੇ ਦੇ ਉੱਤੇ ਜਿਹੜਾ ਕੰਸੈਂਸਸ ਹੈਗਾ, ਖਾਸ ਤੌਰ ਤੇ ਜਿੰਨੇ ਵੀ ਪ੍ਰਵਕਤਾ ਹੈਗੇ ਨੇ ਉਹ ਇੱਕ ਗੱਲ ਨੂੰ ਮੰਨਦੇ ਨੇ। ਇਸੇ ਕਰਕੇ ਅਸੀਂ ਅੱਜ ਨਾਨ ਪੋਲੀਟੀਕਲ ਬੰਦੇ ਬੁਲਾਏ ਨੇ ਜਿਹੜੇ ਜਿਨ੍ਹਾਂ ਨੂੰ ਇਸ ਅੰਦੋਲਨ ਨਾਲ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਉਹ ਉਹਨਾਂ ਦੇ ਮੂੰਹੋਂ ਹੀ ਸੁਣੀਏ। ਇੰਡਸਟਰੀਅਲਿਸਟ ਵਾਲੇ ਵੀ ਕਹਿੰਦੇ ਨੇ ਕਿ ਸਾਨੂੰ ਕੋਈ ਖਾਸ ਪ੍ਰਭਾਵ ਨਹੀਂ ਪਿਆ, ਕੋਈ ਖਾਸ ਫਰਕ ਨਹੀਂ ਪੈਂਦਾ। ਪਰ ਵੱਡਾ ਸਵਾਲ ਇਹ ਹੈ ਕਿ ਜੇ ਕੈਪਟਨ ਸਾਹਿਬ ਨੇ ਅਜਿਹੀ ਕੋਈ ਸਟੇਟਮੈਂਟ ਦਿੱਤੀ ਹੈ ਤਾਂ ਉਹਦੇ ਪਿੱਛੇ ਮਤਲਬ ਕੀ ਹੈ, ਉਹਦੇ ਪਿੱਛੇ ਭਾਵ ਕੀ ਹੈ, ਇਹ ਸਮਝਣੇ ਬੜੇ ਜ਼ਰੂਰੀ ਨੇ। ਇਹ ਅੰਦੋਲਨ ਜਿਹੜਾ ਲਗਾਤਾਰ 10 ਮਹੀਨੇ ਹੋ ਗਏ ਚੱਲਦਾ ਪਿਆ, ਉਦੋਂ ਕੋਈ ਪ੍ਰਭਾਵਿਤ ਨਹੀਂ ਹੋਇਆ ਤੇ ਅੱਜ ਰਾਤੋਂ ਰਾਤ ਕਿਵੇਂ ਬਿਜ਼ਨਸ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ, ਉਦਯੋਗ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ, ਰੋਜ਼ਗਾਰ ਦੇ ਮੌਕੇ ਖੁੰਝ ਜਾਣਗੇ, ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਜ਼ਰੂਰ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।